Like you said, that I'm a young doctor and I have my journey. But I'm just trying my best that I give my best to make this journey a successful journey. ਮੈਂ 2013 ਬੈਚ ਦੀ ਹਾਂ ਤੇ ਮੇਰਾ ਪਹਿਲਾ ਬੈਚ ਸੀਗਾ ਜਿਹਨੇ ਨੀਟ ਅਪੀਅਰ ਕੀਤਾ ਸੀਗਾ, ਨਹੀਂ ਤਾਂ ਪਹਿਲਾਂ PMT ਹੁੰਦਾ ਸੀਗਾ। ਸੋ ਬਟ ਕਦੇ ਵੀ ਐ ਨਹੀਂ ਸੀਗਾ। ਆਫਕੋਰਸ ਵੈਨ ਐਵਰ ਯੂ ਡੂ ਸਮਥਿੰਗ, ਯੂ ਏਮ ਫॉर ਸਮਥਿੰਗ, ਯੂ ਆਲਵੇਜ਼ ਏਮ ਫॉर ਦ ਬੈਸਟ। ਟਾਈਮ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਤੁਹਾਡੀ ਲਾਈਫ ਦੀ। ਅਤੇ ਜੇ ਮੈਂ ਡੈਂਟਲ ਡਾਕਟਰ ਵੀ ਬਣ ਰਹੀ ਹੈ, ਆਈ ਐਮ ਨੋ ਵੇ ਲੈਸ ਦੈਨ ਐਨੀਬਡੀ। ਵਟ ਐਵਰ ਆਈ ਐਮ ਡੂਇੰਗ, ਭਾਵੇਂ ਕੋਈ ਮੈਡੀਕੋ ਹੈ, ਨੋਨ ਮੈਡੀਕੋ ਹੈ, ਕਾਮਰਸ ਜਾ ਰਿਹਾ, ਆਰਟਸ ਜਾ ਰਿਹਾ, ਹਰ ਕਿਸੇ ਦੀ ਆਰਟ ਦੀ ਸਕਿੱਲ ਹੁੰਦੀ ਹੈ ਅਤੇ ਤੁਸੀਂ ਆਪਣਾ ਬੈਸਟ ਦੇਣਾ ਉੱਥੇ ਜਾ ਕੇ। ਮੈਂ ਜਿਵੇਂ ਥੋੜ੍ਹੀ ਜਿਹੀ ਐਮ ਅ ਸਪਿਰਿਚੁਅਲ ਪਰਸਨ ਐਂਡ ਮੈਂ ਕਈ ਵਾਰੀ ਸੋਚਦੀ ਹੁੰਦੀ ਹੈ ਕਿ ਉਦੋਂ ਮੈਨੂੰ ਪਤਾ ਹੁੰਦਾ ਸੀ ਜਦੋਂ ਮੈਂ ਪਾਪਾ ਦੇ ਆਫਿਸ ਜਾ ਕੇ ਹੁਣ ਜੀ ਕਿ ਅੱਜ ਛੁੱਟੀ ਹੈ ਤਾਂ ਪਾਪਾ ਨਾਲ ਜਾਣਾ ਹੈ ਉੱਥੇ ਆਫਿਸ ਦੇ ਵਿੱਚ, ਅਤੇ ਹੁਣ ਜੀ ਉਹਨਾਂ ਦਾ ਕੰਮ ਜੋ ਵੀ ਹੈ ਉਹ ਦੇਖ ਰਹੀ ਹੈ, ਅਤੇ ਫੋਟੋਜ਼ ਜਿਹੜੇ ਕੇਸਿਸ ਹੁੰਦੇ ਸੀਗੇ ਅਤੇ ਅੱਜ ਜੋ ਮੈਂ ਕਰ ਰਹੀ ਹਾਂ, ਆਈ ਨੈਵਰ ਨਿਊ ਕਿ ਦਿਸ ਇਜ਼ ਵਾਟ ਆਈ ਵਾਜ਼ ਡਿਸਟਾਈਨਡ ਫॉर। ਬਟ ਜਿਹੜਾ ਡਾਕਟਰ ਬਣਨਾ ਚਾਹੁੰਦਾ, BDS ਜਾਂ MDS ਕਰਨਾ ਚਾਹੁੰਦਾ, ਇੱਕ ਸਟੂਡੈਂਟ ਨੂੰ ਕੀ ਚੈਲੰਜਸ ਫੇਸ ਕਰਨੇ ਪੈ ਰਹੇ ਅੱਜ ਦੇ ਟਾਈਮ 'ਚ ਸਟੱਡੀਜ਼ ਦੇ ਵਿੱਚ? ਤੁਸੀਂ ਉਸ ਤੋਂ ਥੋੜ੍ਹੀ ਦੇਰ ਪਹਿਲਾਂ ਨੀਟ ਐਗਜ਼ਾਮ ਦੀ ਵੀ ਗੱਲ ਕੀਤੀ ਐਂਡ ਹੁਣੇ ਰੀਸੈਂਟਲੀ ਪੂਰੇ ਇੰਡੀਆ ਦੇ ਵਿੱਚ ਹੀ ਨੀਟ ਐਗਜ਼ਾਮ ਨੂੰ ਲੈ ਕੇ ਬਹੁਤ ਵੱਡਾ ਇਸ਼ੂ ਚੱਲ ਵੀ ਰਿਹਾ ਹੈ ਨਾ ਜੀ। ਤਾਂ ਅਗੇਨ ਇਹ ਇੱਕ ਬਹੁਤ ਵੱਡਾ ਚੈਲੰਜ ਹੈ ਜੋ ਡਾਕਟਰ ਬਣਨ ਵਾਲੇ ਸਟੂਡੈਂਟਸ ਦੇ ਲਈ ਸਾਹਮਣੇ ਆ ਚੁੱਕਿਆ ਹੈ। ਜੇ ਤੁਸੀਂ ਆਪਣੇ ਆਪ ਲਈ ਆਪ ਹੀ ਡਿਫੀਕਲਟ ਚੀਜ਼ਾਂ ਕਰੋਗੇ ਕਿਉਂਕਿ ਤੁਸੀਂ ਆਪਣਾ ਉਹਨਾਂ ਕੰਮ ਨਹੀਂ ਦੇ ਰਹੇ, ਆਪਣੀ ਸਕਿੱਲ ਉਨੀ ਨਹੀਂ ਦੇ ਰਹੇ, ਤਾਂ ਤੁਹਾਡੇ ਕੋਲ ਚੈਲੰਜਸ ਆਉਣਗੇ। ਬਾਕੀ ਜਿਵੇਂ ਜੋਬ ਓਪਰਚੁਨਿਟੀ ਦੇ ਚੈਲੰਜਸ ਹੈਗੇ ਆ, ਨੋ ਡਾਊਟ ਦੇ ਆਰ ਦੇਅਰ ਫॉर ਸ਼ੋਰ। ਅਤੇ ਬਟ ਮੈਂ ਆਪਣੇ ਐਕਸਪੀਰੀਅੰਸ ਤੋਂ ਬੋਲ ਰਹੀ ਹਾਂ, ਮੈਨੂੰ ਕਦੀ ਚੈਲੰਜ ਫੇਸ ਨਹੀਂ ਕਰਨਾ ਪਿਆ ਬਿਕੋਜ਼ ਆਈ ਵਾਜ਼ ਆਲਵੇਜ਼ ਵੈਰੀ ਗੁੱਡ ਐਟ ਮਾਈ ਵਰਕ। ਇਟ ਆਲਸੋ ਡੀਲਸ ਵਿਦ ਟਰਾਮਾ। ਜੇ ਕੋਈ ਐਕਸੀਡੈਂਟ ਕੇਸਿਸ ਹੈਗੇ ਹੈ ਤਾਂ ਕੋਈ ਵੀ ਆਪਣਾ ਜੌ ਫ੍ਰੈਕਚਰ ਹੋ ਗਿਆ ਜਾਂ ਕੋਈ ਵੀ ਫੇਸ਼ੀਅਲ ਬੋਨ ਫ੍ਰੈਕਚਰ ਹੋ ਗਈ, ਉਹਨੂੰ ਦੁਬਾਰਾ ਟੂ ਬ੍ਰਿੰਗ ਬੈਕ ਟੂ ਦੀ ਨੋਰਮਲ ਪੋਜੀਸ਼ਨ, ਟੂ ਫਿਕਸੇਟ ਦੈਟ ਫ੍ਰੈਕਚਰ। This is basically it deals with. It also deals with the cancer in head and neck region. Then there is also cleft lip, the cleft palate ਜਿਹੜੇ cases ਹੁੰਦੇ ਆ, that also comes into oral maxillofacial surgery. And then there is this another part of oral and maxillofacial surgery, that is aesthetics. Patients come to me, they bring a picture, this is what I want for myself. ਉਹ ਤਾਂ ਮੈਂ ਉਹਨਾਂ ਨੂੰ ਦੱਸਣਾ ਨਾ ਕਿ ਮੈਮ this is how you look like, sir this is how you look like, you want to enhance this, I will do it but in this way, not the picture that you're showing me, because that is not right for me. That ways I want to learn more and I will always be, I'm a very cultured and rooted person. So मैं उत्थों जो भी सीखूँगी, जिन्नियां भी अपनी skills को enhance करूँगी, I will always be doing my cases here also, back in my hometown as well, and ਉਸ ਤੋਂ ਬਾਅਦ wherever God takes me next. ਹਾਂ ਜੀ, ਸਤਿ ਸ਼੍ਰੀ ਅਕਾਲ। ਦ ਮੁਬਾਰਕ ਸ਼ੋਅ ਦੇ ਇੱਕ ਹੋਰ ਐਪੀਸੋਡ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਇੱਕ ਵਾਰ ਫਿਰ ਨਵੇਂ ਗੈਸਟ ਦੇ ਨਾਲ ਤੁਹਾਡੇ ਨਾਲ ਰੂਬਰੂ ਹੋਏ ਹਾਂ ਅਤੇ ਅਕਸਰ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਅਲੋਂਗ ਵਿਦ ਬਹੁਤ ਵੈਲ ਅਚੀਵਡ ਜਿਹੜੇ ਗੈਸਟਸ ਹੈਗੇ ਹੈ ਜਾਂ ਪਰਸਨੈਲਿਟੀਜ਼ ਹੈਗੇ ਆ, ਉਹਨਾਂ ਦੇ ਨਾਲ ਆਪਣੀ ਕੋਸ਼ਿਸ਼ ਇਹ ਵੀ ਹੁੰਦੀ ਹੈ ਕਿ ਜਿਨ੍ਹਾਂ ਦੀ ਹਜੇ ਸਟਰਗਲ ਸ਼ੁਰੂ ਹੋ ਰਹੀ ਹੈ, ਹਜੇ ਸ਼ੁਰੂ ਵੀ ਨਹੀਂ ਹੋਈ, ਉਹਨਾਂ ਦਾ ਵਿਜ਼ਨ ਵੀ ਆਪਾਂ ਤੁਹਾਡੇ ਸਭ ਦੇ ਨਾਲ ਸ਼ੇਅਰ ਕਰੀਏ, ਕਿਉਂਕਿ ਕਿਤੇ ਨਾ ਕਿਤੇ ਉਹ ਵਿਜ਼ਨ ਆਪਣੇ ਸਾਰਿਆਂ ਦੇ ਵਿੱਚ ਰਿਫਲੈਕਟ ਕਰਦਾ। ਉਹ ਸ਼ੁਰੂਆਤ ਅੱਜ ਕੋਈ ਕਰ ਚੁੱਕਿਆ ਤਾਂ ਕੱਲ੍ਹ ਨੂੰ ਤੁਸੀਂ ਵੀ ਕਰਨੀ ਹੈ, ਤਾਂ ਕਿਉਂ ਨਾ ਉਹਦੇ ਬਾਰੇ ਗੱਲਬਾਤ ਕੀਤੀ ਜਾਵੇ। ਤਾਂ ਅੱਜ ਆਪਣੇ ਨਾਲ ਹੈਗੇ ਆ ਡਾਕਟਰ ਸਿਮਰਨ, ਜੋ ਕਿ ਬਿਲੋਂਗ ਕਰਦੇ ਆ ਫਰੀਦਕੋਟ ਤੋਂ, ਬਟ ਅੱਜ ਕੱਲ੍ਹ ਮੋਹਾਲੀ, ਚੰਡੀਗੜ੍ਹ ਪ੍ਰੈਕਟਿਸ ਕਰ ਰਹੇ ਹੈ। ਐਂਡ ਥੋੜ੍ਹੀ ਜਿਹੀ ਇੰਟਰੋਡਕਸ਼ਨ ਉਹਨਾਂ ਬਾਰੇ ਦੇਵਾਂ ਤਾਂ ਉਹਨਾਂ ਨੇ BDS ਐਂਡ ਆਪਣੀਆਂ ਡਾਕਟਰੇਟ ਦੀਆਂ ਜਿਹੜੀਆਂ ਸਟੱਡੀਜ਼ ਹੈਗੀਆਂ ਉਹ ਕੀਤੀਆਂ ਇਨ ਦ ਫੀਲਡ ਆਫ ਓਰਲ ਐਂਡ ਮੈਗਜ਼ੀਲੋਫੇਸ਼ੀਅਲ ਸਰਜਰੀ। ਸੋ ਇਹ ਜਿਹੜੀ ਟਰਮ ਹੈਗੀ ਹੈ, ਓਰਲ ਸਰਜਨ ਤਾਂ ਆਪਾਂ ਸਮਝਦੇ ਹਾਂ ਇਟ ਇਜ਼ ਰਿਲੇਟਡ ਟੂ ਟੀਥ, ਆਪਣੇ ਦੰਦਾਂ ਦਾ ਕੋਈ ਵੀ ਇਹੋ ਜਿਹਾ ਕੰਮ ਹੁੰਦਾ, ਬਟ ਜੋ ਮੈਗਜ਼ੀਲੋਫੇਸ਼ੀਅਲ ਸਰਜਰੀ ਹੈਗੀ ਹੈ ਉਸ ਤੋਂ ਵੀ ਜ਼ਿਆਦਾ ਥੋੜ੍ਹਾ ਜਿਹਾ ਟੈਕਨੀਕਲ ਇਨ ਡੈਪਥ ਕੰਮ ਆ ਜਾਂਦਾ। ਕਿਸੇ ਤਰ੍ਹਾਂ ਨਾਲ ਐਕਸੀਡੈਂਟ ਹੋ ਜੇ, ਰੱਬ ਨਾ ਕਰੇ ਕੋਈ ਇਹੋ ਜਿਹੀ ਸੱਟ ਲੱਗ ਜੇ, ਆਪਣਾ ਜੌ ਫ੍ਰੈਕਚਰ ਹੋ ਜੇ, ਆਪਣੀਆਂ ਗੱਲਾਂ 'ਤੇ, ਮੂੰਹ 'ਤੇ ਇਸ ਤਰ੍ਹਾਂ ਦਾ ਕੋਈ ਸੱਟ ਲੱਗ ਜੇ ਜੀ, ਅਤੇ ਫ੍ਰੈਕਚਰ ਹੋ ਜੇ ਜਾਂ ਬਹੁਤ ਜ਼ਿਆਦਾ ਸੱਟ ਲੱਗੇ, ਉਹਦੀ ਸਰਜਰੀ ਜਿਹੜੀ ਹੈ ਉਹ ਮੈਗਜ਼ੀਲੋਫੇਸ਼ੀਅਲ ਸਰਜਨ ਕਰਦੇ। ਸੋ ਉਹਦੇ ਵਿੱਚ ਡਾਕਟਰ ਸਿਮਰਨ ਨੇ ਸਟੱਡੀ ਕੀਤੀ, ਸਾਰੀਆਂ ਸਟੱਡੀਜ਼ ਕੰਪਲੀਟ ਕਰਨ ਤੋਂ ਬਾਅਦ ਹੁਣ ਜੌਬ ਜੁਆਇਨ ਕੀਤੀ ਹੋਈ ਹੈ ਐਂਡ ਸ਼ੀ ਇਜ਼ ਅ ਕੰਸਲਟੈਂਟ ਵਿਦ ਡਿਫਰੈਂਟ ਕਲੀਨਿਕਸ ਐਂਡ ਹੌਸਪੀਟਲਸ। ਸੋ ਵੀਲ ਨਾਟ ਸਪੈਸੀਫਿਕਲੀ ਗੋ ਬਾਈ ਅ ਪਲੇਸ, ਵੀਲ ਗੋ ਬਾਈ ਦ ਡਾਕਟਰ ਹਰਸੈਲਫ। ਉਹਨਾਂ ਤੋਂ ਜਾਣਾਂਗੇ ਚੈਲੰਜਿਸ ਇਸ ਫੀਲਡ ਦੇ ਵਿੱਚ, ਪਹਿਲਾਂ ਸਟੱਡੀ ਕਰਨ 'ਚ, ਉਸ ਤੋਂ ਬਾਅਦ ਸਟੱਡੀ ਦੇ ਵਿੱਚ ਕਿਹੜੀ ਸਪੈਸ਼ਲਾਈਜੇਸ਼ਨ ਚੂਜ਼ ਕਰਨੀ ਹੈ,
ਉਹ ਉਸ ਟਾਈਮ ਤੇ ਜਦੋਂ ਆਪਾਂ ਯੰਗ ਹੁੰਦੇ ਹਾਂ ਕਈ ਵਾਰੀ ਨਹੀਂ ਇੰਨਾ ਸੌਖਾ ਹੁੰਦਾ ਚੂਜ਼ ਕਰਨਾ। ਉਹ ਚੂਜ਼ ਕਰਨ ਦੇ ਵਿੱਚ ਜਿਹੜੇ ਚੈਲੰਜਸ ਆਉਂਦੇ ਉਹ ਦੈਨ ਆਫ ਕੋਰਸ ਵਿਦ ਟਾਈਮ ਜਿਵੇਂ ਜਿਵੇਂ ਆਪਾਂ ਅੱਗੇ ਵਧਦੇ ਹਾਂ ਫੈਲੋਸ਼ਿਪ ਇੰਟਰਨਸ਼ਿਪ ਜੌਬ ਲੱਭਣਾ ਫਿਰ ਜੌਬ ਕਰਨਾ ਐਂਡ ਜੌਬ ਕਰਨ ਦੇ ਨਾਲ ਨਾਲ ਵੀ ਆਪਣੇ ਆਪ ਨੂੰ ਫਰਦਰ ਅਪਗ੍ਰੇਡ ਕਰਦੇ ਰਹਿਣਾ ਕਰੰਟ ਜੋ ਸਿਚੁਏਸ਼ਨਸ ਚੱਲ ਰਹੀਆਂ ਟੈਕਨੋਲੋਜੀ ਦੀ ਉਹਦੇ ਹਿਸਾਬ ਨਾਲ। ਇਟਸ ਅ ਲੌਂਗ ਟਾਸਕ, ਇਟਸ ਅ ਨੈਵਰ ਐਂਡਿੰਗ ਟਾਸਕ ਆਈ ਵੁੱਡ ਸੇ। ਲੈਟਸ ਟਾਕ ਅਬਾਊਟ ਇਟ। ਪਹਿਲਾਂ ਮੈਮ ਦਾ ਵੈਲਕਮ ਕਰਦੇ ਹਾਂ, ਉਸ ਤੋਂ ਬਾਅਦ ਅੱਜ ਦੀ ਗੱਲਬਾਤ ਸ਼ੁਰੂ ਕਰਦੇ। ਡਾਕਟਰ ਸਿਮਰਨ, ਮੁਬਾਰਕ ਹੋ for being on the Mubarak Show. Thank you so much. Firstly, I would really like to thank you for inviting me here. And like you said, that I'm a young doctor and I have my journey. But I'm just trying my best that I give my best to make this journey a successful journey. And sharing my insights here, je main ithe apne experiences share karungi, ta I'm very sure about ਮੇਰੇ ਜੂਨੀਅਰਸ ਜਾਂ ਮੇਰੇ ਨਾਲ ਦੇ ਐਂਡ ਈਵਨ ਮਾਈ ਸੀਨੀਅਰਸ ਜੇ ਉਹਨਾਂ ਨੂੰ ਮੇਰੇ ਕੁਝ ਐਕਸਪੀਰੀਅੰਸਿਸ ਪਤਾ ਲੱਗਣਗੇ ਸ਼ਾਇਦ ਉਹਨਾਂ ਤੋਂ ਕੋਈ ਨਾ ਕੋਈ ਫਾਇਦਾ ਉਹਨਾਂ ਨੂੰ ਮਿਲੇਗਾ ਹੀ ਮਿਲੇਗਾ। ਸੋ ਇਟਸ ਅ ਗ੍ਰੇਟ ਅਪੋਰਚੁਨਿਟੀ ਟੂ ਬੀ ਹੀਅਰ ਐਂਡ ਥੈਂਕ ਯੂ ਫॉर दैट। ਥੈਂਕ ਯੂ ਫॉर ਇਨਵਾਈਟਿੰਗ ਮੀ। ਨਹੀਂ ਪਲੀਜ਼, ਥੈਂਕ ਯੂ ਸੋ ਮਚ ਫॉर योर टाइम ਬਿਕੋਜ਼ ਐਜ਼ ਅ ਡਾਕਟਰ ਆਪਾਂ ਸਮਝਦੇ ਹਾਂ ਕਿ ਪਹਿਲੀ ਗੱਲ ਤਾਂ ਕੰਮ ਸੌਖਾ ਨਹੀਂ ਹੁੰਦਾ, ਦੂਜੀ ਗੱਲ ਇਟਸ ਅ ਨੈਵਰ ਐਂਡਿੰਗ ਟਾਸਕ, ਯੂ ਨੈਵਰ ਨੋ ਕਿ ਕਦੋਂ ਕਾਲ ਆ ਜਾਏ ਤੇ ਕਦੋਂ ਤੁਹਾਨੂੰ ਭੱਜਣਾ ਪੈ ਜਾਏ। ਐਗਜ਼ੈਕਟਲੀ। ਸੋ ਥੈਂਕ ਯੂ ਸੋ ਮਚ ਫॉर ਟੇਕਿੰਗ ਆਊਟ ਟਾਈਮ। ਤਾਂ ਅੱਜ ਦੀ ਗੱਲਬਾਤ ਸ਼ੁਰੂ ਕਰਦੇ ਹਾਂ। ਪਹਿਲਾਂ ਆਫ ਕੋਰਸ ਕਰੰਟਲੀ ਜੋ ਤੁਸੀਂ ਕੰਮ ਕਰ ਰਹੇ ਹੋ ਉਹਦੇ ਤੱਕ ਪਹੁੰਚਣ ਤੋਂ ਪਹਿਲਾਂ ਜੋ ਸਟੱਡੀਜ਼ ਕੀਤੀਆਂ ਤੇ ਫੈਲੋਸ਼ਿਪਸ ਕੀਤੀਆਂ ਆਪਾਂ ਇੱਕ ਇੱਕ ਕਰਕੇ ਸਟੈਪ ਬਾਏ ਸਟੈਪ ਡਿਸਕਸ਼ਨਸ ਕਰਦੇ। ਉਹ ਸਾਰੇ ਫੇਜ਼ਸ ਦੇ ਵਿੱਚ ਕੀ ਚੈਲੰਜਸ ਆਉਂਦੇ ਉਹਦੇ ਬਾਰੇ ਵੀ ਡਿਸਕਸ਼ਨ ਕਰਾਂਗੇ। ਐਂਡ ਦੈਨ ਆਫ ਕੋਰਸ ਅੱਜ ਜਿਸ ਮੁਕਾਮ ਤੇ ਹੈਗੇ ਹੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਵਿਜ਼ਨ, ਉਹ ਸਾਰੀਆਂ ਗੱਲਾਂ ਕਰਾਂਗੇ। ਤਾਂ ਪਹਿਲਾਂ ਤੁਹਾਡੇ ਤੋਂ ਮੈਂ ਸ਼ੁਰੂਆਤ ਕਰਨਾ ਚਾਹੁੰਦਾ ਤੁਹਾਡੀ ਗ੍ਰੈਜੂਏਸ਼ਨ ਤੋਂ, ਬਿਕੋਜ਼ ਠੀਕ ਹੈ ਚਾਈਲਡਹੁੱਡ ਤੋਂ +2 ਤੱਕ ਆਪਾਂ ਸਾਰੇ ਸੇਮ ਸਟੱਡੀਜ਼ ਕਰ ਰਹੇ। ਹੁਣ ਗ੍ਰੈਜੂਏਸ਼ਨ 'ਚ ਜਾਣਾ ਹੈ, ਕਾਲਜ ਦੇ ਵਿੱਚ ਜਾਣਾ ਹੈ, ਤਾਂ ਕੋਈ ਇੰਜੀਨੀਅਰਿੰਗ 'ਚ ਜਾ ਰਿਹਾ, ਕੋਈ ਆਫ ਕੋਰਸ ਡਾਕਟਰ ਬਣਨਾ ਚਾਹੁੰਦਾ ਹੈ। ਐਂਡ ਦੈਨ ਉਸ ਡਾਕਟਰ ਬਣਨ ਦੇ ਵਿੱਚ ਵੀ ਬਹੁਤ ਅਲੱਗ-ਅਲੱਗ ਫੀਲਡਸ ਹੈਗੀਆਂ। ਤੁਸੀਂ BDS ਚੂਜ਼ ਕੀਤੀ, ਉਸ ਟਾਈਮ ਤੇ ਉਹ BDS ਦਾ ਡਿਸੀਜਨ ਕੁਛ ਹੱਦ ਤੱਕ ਖੁਦ ਦਾ ਸੀ ਕਿ ਪੇਰੈਂਟਸ ਦਾ ਹੀ? ਓਕੇ, ਸੋ ਫਸਟਲੀ ਜਿਹੜਾ ਵੀ ਮੇਰੀ ਗ੍ਰੈਜੂਏਸ਼ਨ ਦੀ ਜਰਨੀ ਸਟਾਰਟ ਹੋਈ, ਮੈਂ ਹਮੇਸ਼ਾ ਤੋਂ ਇਹ ਸੋਚਿਆ ਹੋਇਆ ਸੀਗਾ 10th ਤੱਕ ਜਦੋਂ ਮੈਂ ਆਪਣੀ ਸਟੱਡੀਜ਼ ਕੀਤੀਆਂ ਮੈਨੂੰ ਪਤਾ ਸੀਗਾ ਕਿ ਆਈ ਹੈਵ ਟੂ ਗੋ ਇਨਟੂ ਮੈਡੀਕਲ ਫੀਲਡ। ਐਂਡ ਉਸ ਤੋਂ ਬਾਅਦ ਆਫਕੋਰਸ ਇਫ ਯੂ ਵਾਂਟ ਟੂ ਗੋ ਇਨਟੂ ਮੈਡੀਕਲ ਫੀਲਡ ਤਾਂ ਤੁਸੀਂ ਇੱਕ ਐਗਜ਼ਾਮ ਕਲੀਅਰ ਕਰਨਾ ਹੁੰਦਾ ਹੈਗਾ। ਮੈਂ 2013 ਬੈਚ ਦੀ ਹਾਂ ਤਾਂ ਮੇਰਾ ਪਹਿਲਾ ਬੈਚ ਸੀਗਾ ਜਿਹਨੇ ਨੀਟ ਅਪੀਅਰ ਕੀਤਾ ਸੀਗਾ, ਨਹੀਂ ਤਾਂ ਪਹਿਲਾਂ PMT ਹੁੰਦਾ ਸੀਗਾ। ਸੋ ਬਟ ਕਦੇ ਵੀ ਐ ਨਹੀਂ ਸੀਗਾ। ਆਫਕੋਰਸ ਵੈਨ ਐਵਰ ਯੂ ਡੂ ਸਮਥਿੰਗ ਯੂ ਏਮ ਫॉर ਸਮਥਿੰਗ, ਯੂ ਆਲਵੇਜ਼ ਏਮ ਫॉर ਦ ਬੈਸਟ। ਅਤੇ ਮੈਂ ਐਗਜ਼ਾਮ ਦਿੱਤਾ, ਆਈ ਕਲੀਅਰਡ ਦੈਟ ਐਗਜ਼ਾਮ ਬਟ ਆਈ ਵਾਜ਼ ਨੋਟ ਗੈਟਿੰਗ ਇਨ ਟੂ MBBS, I was getting into Bachelor's of Dental Surgery, but I was very much content with that thing as well. ਹਾਲਾਂਕਿ ਤੁਹਾਨੂੰ ਲੋਕ ਨਾ ਹਰ ਕਿਤੇ ਜੱਜ ਕਰਦੇ, ਉਹ ਉਦੋਂ ਵੀ ਕਰਦੇ ਸੀਗੇ ਤੇ ਉਹ ਅੱਜ ਵੀ ਕਰਦੇ ਆ, ਮੈਨੂੰ ਵੀ ਕਰਦੇ ਆ, ਸਾਰਿਆਂ ਨੂੰ ਕਰਦੇ ਆ। ਤਾਂ ਮੇਰਾ ਇੱਕ ਸਟਰੋਂਗ ਪੁਆਇੰਟ ਹਮੇਸ਼ਾ ਤੋਂ ਇਹ ਰਿਹਾ ਸੀਗਾ ਕਿ ਮੈਂ ਲੋਕਾਂ ਦੀ ਜੱਜਮੈਂਟ ਤੋਂ ਬਚ ਨਹੀਂ ਹੋਣਾ ਕਦੀ ਵੀ ਆਪਣੇ ਪਾਸ ਤੋਂ। ਜੇ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਨੋ ਯੂ ਕੈਨ ਡਰੋਪ ਫॉर ਅਨਦਰ ਈਅਰ, ਫॉर ਮੀ 1 year ਇਜ਼ ਬਿਗ ਟਾਈਮ। ਟਾਈਮ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਤੁਹਾਡੀ ਲਾਈਫ ਦੀ। ਅਤੇ ਜੇ ਮੈਂ ਡੈਂਟਲ ਡਾਕਟਰ ਵੀ ਬਣ ਰਹੀ ਹੈ, ਆਈ ਐਮ ਨੋ ਵੇ ਲੈਸ ਦੈਨ ਐਨੀਬਡੀ। ਵਟ ਐਵਰ ਆਈ ਐਮ ਡੂਇੰਗ, ਭਾਵੇਂ ਕੋਈ ਮੈਡੀਕੋ ਹੈ, ਨੋਨ ਮੈਡੀਕੋ ਹੈ, ਕਾਮਰਸ ਜਾ ਰਿਹਾ, ਆਰਟਸ ਜਾ ਰਿਹਾ, ਹਰ ਕਿਸੇ ਦੀ ਆਪਦੀ ਸਕਿੱਲ ਹੁੰਦੀ ਹੈ ਅਤੇ ਤੁਸੀਂ ਆਪਣਾ ਬੈਸਟ ਦੇਣਾ ਉੱਥੇ ਜਾ ਕੇ। ਤਾਂ ਮੇਰੇ ਲਈ ਕਦੇ ਵੀ ਉਹ ਡਿਸੀਜਨ ਇਹ ਨਹੀਂ ਸੀਗਾ, ਨਾ ਮੇਰੇ ਪੇਰੈਂਟਸ ਨੇ ਮੇਰੇ ਡਿਸੀਜਨਸ ਕਦੇ ਇਨਫਲੂਐਂਸ ਨਹੀਂ ਸੀ ਕੀਤੇ, ਇੰਨਾ ਵੇ ਰਿਸਟ੍ਰਿਕਟਿਵ ਵੇ ਨਾਲ ਨਹੀਂ ਸੀ ਕੀਤੇ। ਕਿਵੇਂ ਇਨਫਲੂਐਂਸ ਕੀਤੇ ਸੀਗੇ, ਮੈਂ ਉਹਨਾਂ ਨੂੰ ਵੇਖਿਆ ਕਿ ਉਹਨਾਂ ਨੇ ਆਪਣੀ ਲਾਈਫ 'ਚ ਕਿਵੇਂ ਗਰੋ ਕੀਤਾ। ਮਾਈ ਫਾਦਰ ਇਜ਼ ਅ ਜਰਨਲਿਸਟ, ਹੀ ਇਜ਼ ਅ ਸੈਲਫ ਮੇਡ ਮੈਨ, ਵੈਰੀ ਵੈਲ ਨੋਨ ਮੈਨ। ਮਾਈ ਮਦਰ ਇਜ਼ ਅ ਹੋਮ ਮੇਕਰ ਬਟ ਸ਼ੀ ਇਜ਼ ਐਪੀਟੋਮ ਆਫ ਪੇਸ਼ੈਂਸ। ਤਾਂ ਮੈਂ ਹਰ ਕਿਸੇ ਤੋਂ ਕੁਛ ਨਾ ਕੁਛ ਉੱਥੇ ਸਿੱਖਿਆ ਸੀ। ਤਾਂ ਮੇਰੇ ਪੇਰੈਂਟਸ ਨੇ ਜੇ ਮੈਨੂੰ ਇਨਫਲੂਐਂਸ ਕੀਤਾ ਮੇਰੇ ਡਿਸੀਜਨ ਦੇ ਵਿੱਚ, ਉਸ ਤਰੀਕੇ ਨਾਲ ਕੀਤਾ ਸੀਗਾ, ਨੋਟ ਇਨ ਅ ਵੇ ਕਿ ਨਹੀਂ ਤੂੰ ਆ ਨਹੀਂ ਕਰਨਾ, ਤੂੰ ਉਹ ਕਰਨਾ, ਤੂੰ ਇੰਜੀਨੀਅਰ ਹੀ ਬਣਨਾ ਜਾਂ ਤੂੰ ਡਾਕਟਰ ਹੀ ਬਣਨਾ। ਇਟ ਵਾਜ਼ ਆਲਵੇਜ਼ ਮਾਈ decision and I had to give best. So I was very much content with what I got. This is what I'm getting. I will get into it and I'll do best in this. And मैं अपनी graduation 2013 start ਕੀਤੀ ਸੀਗੀ। 2018 ਦੇ ਵਿੱਚ ਕਿਉਂਕਿ BDS ਜਿਹੜੀ ਹੁੰਦੀ ਹੈ 4 years ਦੀ ਤੁਹਾਡੀ ਸਟੱਡੀ ਹੁੰਦੀ ਹੈ, 1 ਸਾਲ ਦੀ ਇੰਟਰਨਸ਼ਿਪ ਹੁੰਦੀ ਹੈ। 2018 ਦੇ ਵਿੱਚ I completed my BDS and I came as a Dr. Simran. Okay, so Simran became Dr. Simran. Yes.
ਅਮੇਜ਼ਿੰਗ। ਐਂਡ ਦੈਨ ਆਫ ਕੋਰਸ ਜਿਵੇਂ ਤੁਸੀਂ ਕਿਹਾ ਕਿ BDS ਤੁਸੀਂ ਕੰਪਲੀਟ ਕੀਤੀ, ਯੂ ਬਿਕੇਮ ਡਾਕਟਰ ਸਿਮਰਨ, ਬਟ ਯੂ ਡਿਡਨਟ ਸਟਾਪ ਦੇਅਰ। ਤੁਸੀਂ ਅੱਗੇ ਪੋਸਟ ਗ੍ਰੈਜੂਏਸ਼ਨ ਦਾ ਡਿਸੀਜਨ ਵੀ ਲਿਆ, ਜਦ ਕਿ ਮਤਲਬ ਸਭ ਨੂੰ ਇਹ ਹੁੰਦਾ ਹੈ ਕਿ ਹੁਣ ਹੋ ਗਈ 4-5 ਸਾਲ ਦੀ ਪੜ੍ਹਾਈ, ਹੁਣ ਆਪਾਂ ਕੰਮ ਕਰ ਸਕਦੇ ਹਾਂ, ਵੀ ਆਰ ਸਰਟੀਫਾਈਡ ਟੂ ਵਰਕ, ਤਾਂ ਵਾਈ ਨਾਟ, ਲੈਟਸ ਸਟਾਰਟ। ਬਟ ਤੁਸੀਂ ਅੱਗੇ ਪੋਸਟ ਗ੍ਰੈਡ ਵੀ ਕੀਤੀ, ਐਂਡ ਉਸ ਪੋਸਟ ਗ੍ਰੈਜੂਏਸ਼ਨ ਦਾ ਤੁਹਾਡਾ ਫੋਲੋ ਕਰਨ ਦਾ ਕੀ ਰੀਜ਼ਨ ਸੀਗਾ ਉਸ ਟਾਈਮ ਤੇ, ਰਾਈਟ ਅਵੇ ਵਿਦਆਊਟ ਜੁਆਇਨਿੰਗ ਐਨੀ ਜੌਬ ਬਿਫੋਰ ਦੈਟ? Yeah. Like I said, this is my rule for life. Wherever I am, be it professionally or personal, I have to give my 100%. मैं अपना ग्रेजुएशन 100% देता। I came out as a डॉक्टर सिमरन, तो मैं जनरल डेंटिस्ट्री बहुत चंगी तरह प्रैक्टिस कर सकती सी, बट मैंने होर अपने आप को इनहेंस करना सीगा, अपनी स्किल वो। Now there are 2 reasons for this. Even I want to be a very skilled person. Secondly, I want to give service to the mankind. So dentistry ਦੇ ਵਿੱਚ ਵੀ ਬਹੁਤ ਸਾਰੀਆਂ ਫੀਲਡਸ ਹੁੰਦੀਆਂ ਨੇ, ਹੈ ਨਾ, ਉੱਥੇ ਜਿੰਨੀਆਂ ਵੀ ਬ੍ਰਾਂਚਸ ਨੇ, ਹਰ ਸਪੈਸ਼ਲਿਟੀ ਦਾ ਇੱਕ ਸਪੈਸ਼ਲਾਈਜ਼ ਡਾਕਟਰ ਹੁੰਦਾ ਹੈ ਜਿਹੜਾ ਕਿ MDS ਤੋਂ ਬਣਦਾ ਹੈ। ਤਾਂ ਉਹ ਇੱਕ ਚੀਜ਼ ਮਟੀਰੀਅਲਿਸਟਿਕ ਨਹੀਂ ਕਹਿ ਸਕਦੇ, ਬਟ ਆਈ ਵਾਜ਼ ਆਲਵੇਜ਼ ਡਰਿਵਨ ਦਿਸ ਵੇ ਦੈਟ ਆਈ ਹੈਵ ਟੂ ਬੀ ਰੀਲੀ ਗੁੱਡ ਐਟ ਵਾਟ ਆਈ ਡੂ, ਐਂਡ ਆਈ ਜਸਟ ਕਾਂਟ ਬੀ ਅ ਜਨਰਲ ਪ੍ਰੈਕਟੀਸ਼ਨਰ। ਤਾਂ ਮੇਰਾ MDS ਕਰਨ ਦਾ ਡਿਸੀਜ਼ਨ, ਦੂਜਾ ਇੱਕ ਹੋਰ ਪੁਆਇੰਟ ਕੀ ਸੀਗਾ, ਆਈ ਆਲਵੇਜ਼ ਵਾਂਟਡ ਟੂ ਸਟੇ ਇਨ ਮਾਈ ਕੰਟਰੀ, ਅਤੇ ਬਸ ਮੇਰਾ ਇਹ ਡਿਸੀਜ਼ਨ MDS ਕਰਨ ਦਾ ਤਾਂ ਹੀ ਸੀਗਾ ਦੈਟ ਆਈ ਵਾਂਟਡ ਟੂ ਬੀ ਰੀਲੀ ਗੁੱਡ, ਐਂਡ ਆਈ ਵਾਂਟਡ ਟੂ ਐਨਹਾਂਸ ਮਾਈ ਸਕਿੱਲ, ਐਂਡ ਆਈ ਵਾਂਟਡ ਟੂ ਬੀ ਅ ਸਪੈਸ਼ਲਾਈਜ਼ਡ ਡਾਕਟਰ, ਸੋ ਦੈਟਸ ਹਾਊ ਆਈ ended up in MDS. That's definitely a very good decision and a very good mindset of course, ਕਿ ਆਪਣੇ ਆਪ ਨੂੰ ਬਹੁਤ ਜ਼ਿਆਦਾ ਮਤਲਬ ਕਲੋਜ਼ ਟੂ ਪਰਫੈਕਸ਼ਨ ਲਿਜਾ ਸਕੀ, ਜਿੰਨੀ ਕੁ ਆਪਣੀ ਕੈਪੇਬਿਲਿਟੀ ਹੋਣ ਵੱਧ ਤੋਂ। ਇਜ਼ ਪਰਫੈਕਟ, ਬਟ ਤੁਹਾਡਾ ਮਾਈਂਡਸੈਟ ਹਮੇਸ਼ਾ ਹੋਣਾ ਚਾਹੀਦਾ ਹੋਵੇ, ਪਰ ਐਵੇਂ ਨਹੀਂ ਹੋਣਾ ਚਾਹੀਦਾ ਕਿ ਆਈ ਐਮ ਪਰਫੈਕਟ। ਤੁਹਾਨੂੰ ਹਮੇਸ਼ਾ ਇਹ ਮਾਈਂਡਸੈਟ ਲੈ ਕੇ ਚੱਲਣਾ ਚਾਹੀਦਾ, ਜਿਹੜਾ ਕਿ ਮੈਂ ਆਪਣੇ ਥੀਸਿਸ ਦੇ ਵਿੱਚ ਵੀ ਲਿਖਿਆ ਸੀ MDS ਦੇ ਵਿੱਚ, ਅਤੇ ਮੇਰੇ ਬ੍ਰਦਰ ਨੇ ਮੈਨੂੰ ਉਹ ਦੱਸਿਆ ਸੀਗਾ, ਲਰਨਿੰਗ ਇਜ਼ ਆਲਵੇਜ਼ ਐਨ ਔਨਗੋਇੰਗ ਪ੍ਰੋਸੈਸ। ਤੁਸੀਂ ਜਿਹੜੇ ਦਿਨ ਇਹ ਸੋਚ ਲਿਆ ਕਿ ਮੈਨੂੰ ਤਾਂ ਸਭ ਪਤਾ ਹੈ, ਮੈਨੂੰ ਹੋਰ ਕੁਛ ਨਹੀਂ ਸਿੱਖਣਾ, ਤੁਹਾਡੀ ਗਰੋਥ ਉੱਥੇ ਹੀ ਖਤਮ ਹੋ ਜਾਊਗੀ, ਤੁਸੀਂ ਸਟੈਗਨੈਂਟ ਹੋ ਜਾਓਗੇ। ਤਾਂ ਮੇਰੇ ਦਿਮਾਗ 'ਚੋਂ ਗੱਲ ਹਮੇਸ਼ਾ ਤੋਂ ਬਹੁਤ ਹੀ ਜ਼ਿਆਦਾ ਇਨਗਰੋਸਡ ਹੈਗੀ ਹੈ। ਅਗੇਨ ਥੈਂਕਿੰਗ ਮਾਈ ਫੈਮਿਲੀ ਫॉर दैट, ਮਾਈ ਬ੍ਰਦਰ ਸਪੈਸ਼ਲੀ। ਅਤੇ ਮੈਂ ਹਮੇਸ਼ਾ ਹੀ ਲੈ ਕੇ ਚੱਲਦੀ ਹਾਂ, ਕਈ ਵਾਰੀ ਮੈਨੂੰ ਪਤਾ ਹੁੰਦਾ ਕਿ ਮੇਰਾ ਜੂਨੀਅਰ ਇਜ਼ ਰੀਲੀ ਡੂਇੰਗ ਗੁੱਡ ਇਨ ਦਿਸ ਪਰਟੀਕੂਲਰ ਥਿੰਗ, ਸੋ ਆਈ ਵਿਲ ਟੇਕ ਵਟ ਐਵਰ ਹੀ ਔਰ ਸ਼ੀ ਨੋਜ਼ ਦੀ ਬੈਸਟ, regardless of having that kind of कि नहीं मैं तो senior है, तो I should act like नहीं I know everything, because I've seen people doing that in the field, in every field, right. Not specifically talking about my field, but I've seen people doing that. तो learning देखो हमेशा एक ongoing process होना चाहिए। You will always stay young if you always keep on learning. The day you say I know everything, you are old. That's a very positive statement to make, and because ਆਪਣਾ ਪੋਡਕਾਸਟ ਜਿਹੜਾ ਹੈ ਇਹ ਮੋਟੀਵੇਸ਼ਨ, ਪੋਜ਼ਿਟਿਵਿਟੀ ਐਂਡ ਨੌਲੇਜ ਵਾਲੀਆਂ ਗੱਲਾਂ ਨਾਲ ਰਿਲੇਟਡ ਹੁੰਦਾ, ਤਾਂ ਇਹੋ ਜਿਹੀਆਂ ਸਟੇਟਮੈਂਟਸ ਬਹੁਤ ਹੈਲਪਫੁਲ ਰਹਿੰਦੀਆਂ ਮੇਰੇ ਸ਼ੋਅ ਦੇ ਲਈ। Thank you. ਬਹੁਤ ਹੈਲਪ ਕੀਤੀ, so it would be great, you know, if it reaches out to other people as well, they will also learn from it, and they should, because of course yes, of course yes. ਮੈਨੂੰ ਇੱਕ ਗੱਲ ਯਾਦ ਆਈ, ਤੁਸੀਂ ਹੁਣ ਕਿਉਂਕਿ ਆਪਾਂ ਤੁਹਾਡੇ ਮਾਸਟਰਸ ਪੋਸਟ ਗ੍ਰੈਜੂਏਸ਼ਨ ਦੀ ਗੱਲ ਕਰ ਰਹੇ ਹਾਂ, ਇੱਕ ਤਾਂ ਫੀਲਡ ਬੜੀ ਮਤਲਬ ਠੀਕ ਹੈ, ਓਰਲ ਸਰਜਨ ਕਹਿਣਾ ਰਿਲੇਟਡ ਟੂ ਡੈਂਟਿਸਟ ਜਾਂ ਦੰਦਾਂ ਦੇ ਕੰਮ ਬਾਰੇ ਆਪਾਂ ਜਾਣਦੇ ਹੁੰਦੇ, ਇੱਕ ਤਾਂ ਇਹ ਮੈਕਸਿਲੋਫੇਸ਼ੀਅਲ ਜਦੋਂ ਆਪਾਂ ਟਰਮ ਯੂਜ਼ ਕਰ ਰਹੇ ਹਾਂ, ਇਹ ਬੜੀ ਡਿਫਰੈਂਟ ਟਰਮ ਹੈ। ਮੈਂ ਪਹਿਲੀ ਵਾਰੀ ਸੁਣੀ ਹੈ, ਮੇਰੇ ਦੋਸਤਾਂ ਦੇ ਐਕਸੀਡੈਂਟ ਵੀ ਹੋਏ, ਸੱਟਾਂ ਵੀ ਲੱਗੀਆਂ, ਅਸੀਂ ਉਹਨਾਂ ਦੇ ਇਲਾਜ ਵੀ ਕਰਵਾਏ। ਜੋ ਕੰਮ ਤੁਸੀਂ ਕਰ ਰਹੇ ਹੋ ਉਹ ਮੈਂ ਦੋਸਤਾਂ ਦਾ ਹੁੰਦਾ ਦੇਖਿਆ, ਬਟ ਇਹ ਟਰਮ ਨਹੀਂ ਮੈਂ ਕਦੇ ਸੁਣੀ। ਪਹਿਲਾਂ ਤਾਂ ਇਹ ਟਰਮ ਪਹਿਲੀ ਵਾਰ ਤੁਸੀਂ ਕਦੋਂ ਸੁਣੀ, ਐਂਡ how did you come to know about this field ਜਿਹੜੀ ਤੁਸੀਂ oral and maxillofacial surgery ਦੀ ਗੱਲ ਕੀਤੀ? And I would really want to share one thing. Like I said, my father is a journalist. He started his career as a photographer. ਤਾਂ ਮੇਰੇ ਪਾਪਾ ਦਾ ਇੱਕ ਸਟੂਡੀਓ ਹੁੰਦਾ ਸੀਗਾ, ਅਤੇ ਉਹਦੇ ਬਿਲਕੁਲ ਨਾਲ ਇੱਕ ਕਲੀਨਿਕ ਹੁੰਦਾ ਸੀਗਾ। ਉਹ ਜਿਹੜੇ ਡਾਕਟਰ ਸੀਗੇ, he is also a very well known name in Punjab, ਅਤੇ he was into maxillofacial surgery. ਮੈਨੂੰ ਤਾਂ ਉਦੋਂ ਕੁਛ ਪਤਾ ਵੀ ਨਹੀਂ ਸੀ ਹੁੰਦਾ। ਸੰਡੇਜ਼ ਨੂੰ ਕਈ ਵਾਰੀ ਹੁੰਦਾ ਨਾ ਛੋਟੇ ਬੱਚੇ ਕਿ ਆਈ ਐਮ ਵੈਰੀ ਐਜ਼ ਅ ਡਾਟਰ ਆਈ ਐਮ ਵੈਰੀ ਕਲੋਜ਼ ਟੂ ਮਾਈ ਫਾਦਰ ਸਿੰਸ ਦ ਬਿਗਨਿੰਗ। ਤਾਂ ਕਦੀ ਵੀ ਉਹ ਸੰਡੇ ਜਾਂ ਕੋਈ ਵੀ ਛੁੱਟੀ ਦਾ ਦਿਨ ਹੁੰਦਾ ਸੀਗਾ, ਮੈਨੂੰ ਸ਼ੌਂਕ ਹੁੰਦਾ ਸੀਗਾ ਮੈਂ ਪਾਪਾ ਦੇ ਨਾਲ ਆਫਿਸ ਜਾਣਾ ਉਹਨਾਂ ਦੇ। ਤਾਂ ਲਾਈਕ ਆਈ ਸੈਡ, ਹੀ ਸਟਾਰਟਡ ਐਜ਼ ਅ ਫੋਟੋਗ੍ਰਾਫਰ, ਹੀ ਵਾਜ਼ ਆਲਸੋ ਹੀ ਹੈਡ ਸਟਾਰਟਡ ਹਿਸ ਜਰਨਲਿਜ਼ਮ ਐਜ਼ ਵੈਲ ਐਟ ਦੈਟ ਟਾਈਮ। ਤਾਂ ਮੈਂ ਪਾਪਾ ਦੇ ਉੱਥੇ ਨਾ ਫੋਟੋਗ੍ਰਾਫਸ ਦੇਖਦੀ ਹੁੰਦੀ ਸੀਗੀ। ਉਹਨਾਂ ਨੇ ਜਿਹੜੇ ਉਹ ਨਾ ਮੇਰੇ ਫਾਦਰ ਦੇ ਆਫਿਸ ਦੇ ਨਾਲ ਜਿਹੜੇ ਡਾਕਟਰ ਦਾ ਕਲੀਨਿਕ ਸੀਗਾ, ਉਹਨਾਂ ਦੇ ਕੇਸਿਸ ਦੀਆਂ ਫੋਟੋਜ਼ ਲਈਆਂ ਹੁੰਦੀਆਂ ਸੀ।
ਇਟ ਵਾਸ ਵੈਰੀ ਫੈਸੀਨੇਟਿੰਗ ਫॉर ਮੀ, ਬਟ ਮੈਨੂੰ ਉਦੋਂ ਕਦੇ ਨਹੀਂ ਸੀ ਪਤਾ ਕਿ ਮੈਂ ਵੀ ਮੈਕਸੀਲੋਫੇਸ਼ੀਅਲ ਸਰਜਨ ਬਣ ਜਾਊਗੀ। ਅਤੇ ਉਹੀ ਡਾਕਟਰ ਨੇ ਜਿਨ੍ਹਾਂ ਦੇ ਅੰਡਰ ਮੈਂ ਆਪਣੀ MDS ਕੀਤੀ ਹੈਗੀ ਹੈ। ਇੱਕ ਹੋਰ ਡਾਕਟਰ ਨੇ ਹੂ ਵਾਜ਼ ਮਾਈ ਗਾਈਡ, ਬੋਥ ਆਫ ਦੈਮ ਵਰ ਮਾਈ ਗਾਈਡਸ। ਐਂਡ ਮੈਨੂੰ ਮੈਕਸੀਲੋਫੇਸ਼ੀਅਲ ਸਰਜਰੀ ਦਾ ਦੇਖੋ BDS ਦੇ ਵਿੱਚ ਤਾਂ ਆ ਕੇ ਪਤਾ ਚੱਲ ਗਿਆ ਸੀਗਾ ਕਿ ਕੀ ਬ੍ਰਾਂਚ ਹੁੰਦੀ ਹੈ, ਕਿਉਂਕਿ ਮੇਰੀ ਕਲੀਨਿਕਲ ਪੋਸਟਿੰਗਸ ਹੁੰਦੀਆਂ ਸੀ ਉੱਥੇ 3rd ਈਅਰ ਦੇ ਵਿੱਚ ਆ ਕੇ। ਤੇ ਉਸ ਤੋਂ ਬਾਅਦ ਮੈਂ ਐਵੇਂ ਸੋਚ ਲਿਆ ਸੀ ਮੈਂ MDS ਕਰਨੀ ਹੈ ਤਾਂ ਇੱਥੋਂ ਹੀ ਕਰਨੀ ਹੈ, ਬਿਕੋਜ਼ ਮੈਕਸੀਲੋਫੇਸ਼ੀਅਲ ਸਰਜਰੀ ਸਮਥਿੰਗ ਦੈਟ ਇਜ਼ ਬਿਯੋਂਡ ਡੈਂਟਿਸਟਰੀ। ਸੋ ਆਈ ਨਿਊ ਦੈਟ ਆਈ ਹੈਵ ਟੂ, ਜੇ ਮੈਂ MDS ਕਰਨੀ ਹੈ ਤਾਂ ਮੈਂ ਉਹਦੇ 'ਚ ਹੀ ਕਰਨੀ ਹੈ। ਬਟ ਆ ਜਿਵੇਂ ਤੁਸੀਂ ਕਿਹਾ, ਮੈਂ ਜਿਵੇਂ ਥੋੜ੍ਹੀ ਜਿਹੀ ਐਮ ਅ ਸਪਿਰਿਚੁਅਲ ਪਰਸਨ, ਐਂਡ ਮੈਂ ਕਈ ਵਾਰੀ ਸੋਚਦੀ ਹੁੰਦੀ ਹੈ ਕਿ ਉਦੋਂ ਮੈਨੂੰ ਪਤਾ ਹੁੰਦਾ ਸੀ ਜਦੋਂ ਮੈਂ ਪਾਪਾ ਦੇ ਆਫਿਸ ਜਾ ਕੇ ਉਂਝ ਹੀ ਕਿ ਅੱਜ ਛੁੱਟੀ ਹੈ ਤਾਂ ਪਾਪਾ ਨਾਲ ਜਾਣਾ ਹੈ ਉੱਥੇ ਆਫਿਸ ਦੇ ਵਿੱਚ, ਅਤੇ ਉਂਝ ਹੀ ਉਹਨਾਂ ਦਾ ਕੰਮ ਜੋ ਵੀ ਹੈ ਉਹ ਦੇਖ ਰਹੀ ਹੈ, ਅਤੇ ਫੋਟੋਜ਼ ਜਿਹੜੇ ਕੇਸਿਸ ਹੁੰਦੇ ਸੀਗੇ ਅਤੇ ਅੱਜ ਜੋ ਮੈਂ ਕਰ ਰਹੀ ਹਾਂ, ਆਈ ਨੈਵਰ ਨਿਊ ਕਿ ਦਿਸ ਇਜ਼ ਵਾਟ ਆਈ ਵਾਜ਼ ਡਿਸਟਾਈਨਡ ਫॉर। ਕੋਰਸ ਯੈਸ, ਕੋਇਨਸੀਡੈਂਟ। ਬਿਲੀਵ ਇਨ ਡੈਸਟੀਨੀ। ਤਾਂ ਮੈਨੂੰ ਉਸ ਟਾਈਮ 'ਤੇ ਇਹ ਨਹੀਂ ਸੀਗਾ, ਪਰ ਤੁਹਾਡਾ ਡੈਸਟੀਨੀ 'ਚ ਨਾ ਕੁਝ ਚੀਜ਼ਾਂ ਲਿਖੀਆਂ ਹੁੰਦੀਆਂ ਨੇ, ਤੁਹਾਨੂੰ ਰੱਬ ਉਵੇਂ ਹੀ ਕੰਮ ਕਰਵਾਉਂਦਾ। ਮੈਂ ਇਹ ਨਹੀਂ ਕਹਿ ਰਹੀ ਕਿ ਤੁਸੀਂ ਸਭ ਕੁਝ ਗਿਵ ਅਪ ਕਰ ਦਿਓ, ਤੁਸੀਂ ਕੰਮ ਨਾ ਕਰੋ, ਪਰ ਕੁਝ ਚੀਜ਼ਾਂ ਲਈ ਯੂ ਆਰ ਮੈਂਟ ਫॉर ਇਟ, ਐਂਡ ਯੂਨੀਵਰਸ ਐਂਡ ਗੋਡ ਕ੍ਰੀਏਟਸ ਦੋਜ਼ ਸਰਕਮਸਟਾਂਸਿਸ ਐਂਡ ਗਿਵ ਯੂ ਦੋਜ਼ ਓਪਰਚੁਨਿਟੀਜ਼ so that you can work upon it, and you will have to work upon it, and you will have to work really hard with determination. Failures ਹਮੇਸ਼ਾ ਆਉਂਦੇ ਹੈ, ਹੁਣ ਵੀ ਆਉਂਦੇ ਨੇ, ਮੈਨੂੰ ਬਾਅਦ 'ਚ ਵੀ ਆਉਣਗੇ, ਬਟ ਜੇ ਮੈਂ ਉਹਨਾਂ ਨੂੰ ਦੇ ਕੇ ਇੱਕ ਵਾਰੀ ਰੁਕ ਜੂੰਗੀ ਤਾਂ ਬਸ ਉੱਥੇ ਹੀ ਖਤਮ ਹੈ ਕੰਮ, ਤਾਂ ਅੱਗੇ ਵਧਣਾ ਹੈ। ਆਫ ਕੋਰਸ ਯੈਸ, ਵੀ ਹੈਵ ਟੂ ਵਰਕ ਔਨ ਇਟ। ਤੁਸੀਂ ਹੁਣ ਇਹ ਗੱਲਾਂ ਦੇ ਦੌਰਾਨ ਕਿਹਾ ਆਮ ਅ ਵੈਰੀ ਸਪਿਰਿਚੁਅਲ ਪਰਸਨ, ਐਂਡ ਐਜ਼ ਆਲਵੇਜ਼ ਮੈਂ ਪਹਿਲਾਂ ਬਹੁਤ ਘੱਟ ਜਾਣਦਾ ਹੁੰਦਾ ਹੈ ਗੈਸਟ ਨੂੰ, ਬਹੁਤ ਸਾਰੀਆਂ ਗੱਲਾਂ ਮੈਨੂੰ ਹੁੰਦਾ ਹੈ ਕਿ ਜੋ ਨੈਚੁਰਲ ਗੱਲਾਂ ਹੋ ਰਹੀਆਂ ਉਹਨਾਂ 'ਚੋਂ ਹੋਰ ਗੱਲਾਂ ਕੀਤੀਆਂ ਜਾਣ। ਇਹ ਬੀਇੰਗ ਸਪਿਰਿਚੁਅਲ ਜੋ ਹੈ ਇਹ ਵਕਤ ਨਾਲ ਕਿਸੇ ਨਾ ਕਿਸੇ ਫੇਜ਼ ਦੇ ਵਿੱਚ, ਆਪਣੀ ਲਾਈਫ ਦੇ ਫੇਜ਼ ਵਿੱਚ ਆਪਾਂ ਨੂੰ ਅਹਿਸਾਸ ਜਿਹਾ ਹੁੰਦਾ ਹੈ ਆਪਣੀ ਲਾਈਫ 'ਚ ਕਿ ਆਈ ਐਮ ਮੋਰ ਟੂਵਰਡ ਸਪਿਰਿਚੁਅਲਿਟੀ। ਇਹ ਤੁਹਾਡੀ ਸਪਿਰਿਚੁਅਲ ਜਰਨੀ ਤੁਹਾਨੂੰ ਕੀ ਲੱਗਦਾ ਹੈ ਕਦੋਂ ਸ਼ੁਰੂ ਹੋਈ, ਐਂਡ ਪਹਿਲਾਂ ਤੇ ਹੁਣ ਬੀਇੰਗ ਸਪਿਰਿਚੁਅਲ ਐਂਡ ਨਾਟ ਬੀਇੰਗ ਸਪਿਰਿਚੁਅਲ, ਉਹਦੇ 'ਚ ਤੁਹਾਨੂੰ ਕੀ ਫਰਕ ਲੱਗਦਾ ਆਪਦੇ? Okay. So if I have to define spirituality, it is a way of living. Spiritualism ਤੇ religion ਦੋਵੇਂ ਡਿਫਰੈਂਟ ਚੀਜ਼ਾਂ ਹੈ। ਕਈ ਵਾਰੀ ਆਪਾਂ ਕਿਸੇ ਨੂੰ ਕਹਿ ਦਿੰਦੇ ਮੈਂ ਸਪਿਰਿਚੁਅਲ ਹਾਂ, ਉਹਨੂੰ ਲੱਗਦਾ ਕਿ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਮੈਂ ਬੜੀ ਪਾਠ ਪੂਜਾ ਕਰਦੀ ਹਾਂ ਜਾਂ ਉਹ ਕਰਦੀ ਹਾਂ। Spirituality is a different thing, and when you gain that spirituality, you are enhancing yourself as a person. ਤੁਸੀਂ ਪਹਿਲਾਂ ਆਪਣੇ ਆਪ ਨੂੰ ਪੜ੍ਹਦੇ ਹੋ what I am about, ਐਂਡ ਜਿਵੇਂ ਕਿਸੇ ਵੀ ਚੀਜ਼ ਨੂੰ ਕੁਛ ਰਿਐਕਟ ਕਰ ਰਹੀ ਹੈ ਜਾਂ ਮੈਨੂੰ ਕੋਈ ਵੀ ਐਕਸਟਰਨਲ ਫੈਕਟਰ ਮੈਨੂੰ ਇਫੈਕਟ ਕਰ ਰਿਹਾ ਹੈ, ਵਾਈ ਆਈ ਐਮ ਰਿਐਕਟਿੰਗ ਟੂ ਦੈਟ in a particular way, you have to study yourself first, and then when you try to understand things at much bigger level and in depth, ਕਿ ਜੇ ਦੂਜਾ ਪਰਸਨ ਵੀ ਕੋਈ ਰਿਐਕਟ ਕਰ ਰਿਹਾ ਹੈ ਜਾਂ ਕੋਈ ਬਿਹੇਵੀਅਰ ਤੁਹਾਨੂੰ ਤੁਹਾਡੇ ਅੱਗੇ ਰੱਖ ਰਿਹਾ ਉਹ ਕਿਉਂ ਰੱਖ ਰਿਹਾ ਹੈਗਾ, ਅਤੇ ਤੁਸੀਂ ਆਪਣੇ ਆਪ ਨੂੰ ਡੀਕਲਟਰ ਕਰਕੇ ਰੱਖਣਾ ਆਪਣਾ ਥੋੜ੍ਹਾ ਮਾਈਂਡ ਸੈਟ, ਯੋਰ ਮਾਈਂਡ, ਯੋਰ ਬੋਡੀ ਐਂਡ ਯੋਰ ਸੋਲ। when that comes in coordination, that means you are on a spiritual journey. That is how I define spirituality. And why like if I mention about it, मेरी life to कदों आया, I was always a very kind person, that I know. I am a person who has very high emotional quotient, so things used to affect me a lot, and I never used to do anything wrong. ਤਾਂ ਮੇਰੇ ਦਿਮਾਗ 'ਚ ਨਾ ਬੜਾ ਦੁੱਖ ਹੁੰਦਾ ਸੀਗਾ, ਮੈਂ ਬਹੁਤ ਓਵਰਥਿੰਕ ਕਰਦੀ ਸੀਗੀ ਯਾਰ ਮੈਂ ਤਾਂ ਉਹਨੂੰ ਇੰਨਾ ਦੇ ਰਹੀ ਹੈ, be it anything personal or professional, but I'm not getting it back. And even if I'm not getting it back, then why I'm thinking so much? ਮੇਰੇ ਲਈ ਤਾਂ ਇਹ ਹੋਣਾ ਚਾਹੀਦਾ ਨਾ ਕਿ ਹਾਂ ਉੱਥੋਂ ਮੈਨੂੰ ਮਿਲ ਨਹੀਂ ਰਿਹਾ ਤਾਂ let it be, let it go. But no, why I'm so much affected? ਉੱਥੋਂ ਦੀ ਫਿਰ ਮੇਰੀ ਸਪਿਰਿਚੁਅਲ ਜਰਨੀ ਸਟਾਰਟ ਹੋਈ। ਮੈਂ ਖੁਦ ਨੂੰ ਸਮਝਿਆ ਦਿਸ ਇਜ਼ ਹਾਊ ਆਈ ਐਮ, ਦਿਸ ਇਜ਼ ਹਾਊ ਦ ਵਰਲਡ ਇਜ਼, ਐਂਡ ਦੇ ਵਿਲ ਡੂ ਇਟ। I can take charge of myself. It's only my responsibility that I have to handle myself. But ਆਪਣੇ ਆਪ ਨੂੰ ਥੋੜ੍ਹਾ ਉਹੀ ਜਿਵੇਂ ਮੈਂ ਕਿਹਾ ਕਿ ਮਾਈਂਡ ਬੋਡੀ ਸੋਲ ਨੂੰ ਕੋਆਰਡੀਨੇਟ ਕਰਨ ਲਈ I started doing few things like meditation. And even when I started my own meditation sessions, I literally used to pay a person. I'm very thankful that for that person. She is a professional herself. ਉਹਨਾਂ ਦਾ ਕੰਮ ਹੈਗਾ। ਐਂਡ ਮੈਂ ਲਿਟਰਲੀ ਐਵੇਂ ਮੈਡੀਟੇਸ਼ਨ ਸਟਾਰਟ ਕੀਤੀ ਸੀ, 1-on-1 ਸਾਡੇ ਸੈਸ਼ਨ ਹੁੰਦੇ ਸੀਗੇ, ਅਤੇ ਉਹਦੇ ਵਿੱਚ ਵੀ ਜੇ ਉਹ ਮੈਨੂੰ ਮੈਡੀਟੇਟ ਕਰਵਾਉਂਦੇ ਸੀਗੇ ਤਾਂ ਮੇਰਾ ਮਾਈਂਡ ਕਦੀ ਕਿੱਥੇ ਜਾ ਰਿਹਾ ਕਦੀ ਕਿੱਥੇ ਜਾ ਰਿਹਾ, ਜਿਹੜੇ ਆਪਣੇ ਨੋਰਮਲ ਥੋਟਸ ਹੁੰਦੇ ਹਨ, ਇਸ ਲਾਈਕ ਪਤਾ ਨਹੀਂ ਹੋ ਰਿਹਾ ਕਿ ਨਹੀਂ ਹੋ ਰਿਹਾ।
but I don't know. I am really grateful to her as well. Next day used to be very good, very much, in a very positive state, in very high vibrational state. Now, when I say high vibrational state, that means happy, not giving much attention to things that are not important in my life. तो मैं वो चीज़ां वाला attract नहीं रही कि this thing is working for me. So that was my spiritual journey. फिर मैं पहला meditation sessions एवें कीते ते now by God's grace and I have tried to work a lot on myself as a person emotionally. So yeah, that was my spiritual journey. ਸੋ ਕਮਿੰਗ ਬੈਕ ਟੂ ਦ ਸੇਮ ਫੀਲਡ ਜਿੱਥੋਂ ਆਪਣੀ ਇਹ ਗੱਲਾਂ ਚੋਂ ਗੱਲ ਨਿਕਲਦੇ ਹੋਏ ਸਪਿਰਿਚੁਅਲ ਜਰਨੀ ਬਾਰੇ ਵੀ ਗੱਲ ਆ ਗਈ ਬਟ ਬਿਕੋਜ਼ ਵੀ ਆਰ ਟਾਕਿੰਗ ਅਬਾਊਟ ਯੂਰ ਪੋਸਟ ਗ੍ਰੈਜੂਏਸ਼ਨ ਤੁਸੀਂ MDS ਦਾ ਜ਼ਿਕਰ ਕਰ ਰਹੇ ਸੀਗੇ ਹਜੇ ਤੁਹਾਡੇ ਪ੍ਰੋਫੈਸ਼ਨ ਵਿੱਚ ਐਕਚੁਅਲ ਜੌਬ ਵਿੱਚ ਪਹੁੰਚਣ ਤੋਂ ਪਹਿਲਾਂ ਉਹਦੀਆਂ ਗੱਲਾਂ ਬਾਤਾਂ ਕਰਨ ਤੋਂ ਪਹਿਲਾਂ ਥੋੜਾ ਮੈਨੂੰ ਇਹ ਦੱਸੋ ਕਿ ਹੁਣ ਇਸ ਟਾਈਮ ਵੀ ਜਿਹੜੇ ਵਿਊਅਰਸ ਆਪਾਂ ਨੂੰ ਦੇਖ ਰਹੇ ਹੋਣਗੇ ਉਹਦੇ ਵਿੱਚ ਉਹ ਵੀ ਹੋਣਗੇ ਜਿਹੜੇ ਆਉਣ ਵਾਲੇ ਟਾਈਮ 'ਚ ਸ਼ਾਇਦ BDS MDS 'ਚ ਜਾਣਾ ਚਾਹੁੰਦੇ ਆ ਇਸ ਟਾਈਮ ਕਰੰਟਲੀ ਸਟੱਡੀ ਕਰ ਰਹੇ ਆ ਜਾਂ ਉਹਨਾਂ ਦੇ ਪੇਰੈਂਟਸ ਜਾਂ ਰਿਲੇਟਿਵਸ ਜਿਹਨਾਂ ਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਬੱਚਾ ਇਸ ਫੀਲਡ ਵਿੱਚ ਜਾ ਸਕਦਾ ਰਾਈਟ ਤਾਂ ਵਾਟ ਆਰ ਦ ਚੈਲੰਜਸ ਜੋ ਇੱਕ ਡਾਕਟਰੇਟ ਕਰ ਰਿਹਾ ਡਾਕਟਰ ਬਣਨ ਵਾਲਾ ਜਿਹੜਾ ਸਟੂਡੈਂਟ ਹੈ ਡਾਕਟਰੇਟ ਤਾਂ ਚਲੋ PhD ਡਾਕਟਰੇਟ ਤਾਂ ਜਨਰਲੀ ਵੀ ਯੂਜ਼ ਹੋਇਆ ਬਟ ਜਿਹੜਾ ਡਾਕਟਰ ਬਣਨਾ ਚਾਹੁੰਦਾ ਹੈ BDS ਜਾਂ MDS ਕਰਨਾ ਚਾਹੁੰਦਾ ਇੱਕ ਸਟੂਡੈਂਟ ਨੂੰ ਕੀ ਚੈਲੰਜਸ ਫੇਸ ਕਰਨੇ ਪੈ ਰਹੇ ਆ ਅੱਜ ਦੇ ਟਾਈਮ 'ਚ ਸਟੱਡੀਜ਼ ਦੇ ਵਿੱਚ Okay. So when you are asking about challenges, ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਬੋਲਣੀ ਚਾਹੂੰਗੀ it's not only about the medical ਕੋਈ ਵੀ ਮੈਡੀਕਲ ਫੀਲਡ 'ਚ ਜਾ ਰਿਹਾ it's about every field. ਤੁਸੀਂ ਜਿਹੜੀ ਚੀਜ਼ 'ਚ ਪੈ ਰਹੇ ਹੋ ਤੁਸੀਂ ਬਸ ਡਿਗਰੀ ਸੇਕ ਨਹੀਂ ਪੈਣਾ ਕਿ ਮੇਰੇ ਨਾਮ ਅੱਗੇ ਆ ਲੱਗ ਜਾਵੇ ਜਾਂ ਮੇਰੇ ਨਾਮ ਅੱਗੇ ਆ ਡਿਗਰੀ ਲੱਗ ਜਾਵੇ never work for that. If you are into that degree, achieve that take that education, make yourself skilled enough. ਤੁਹਾਨੂੰ ਫਿਰ ਲਾਈਫ 'ਚ ਉਹਨੇ ਚੈਲੰਜਸ ਕਦੇ ਮਿਲਣਗੇ ਹੀ ਨਹੀਂ ਜੇ ਤੁਸੀਂ ਕਿਸੇ ਵੀ ਕੋਰਸ ਦੇ ਵਿੱਚ ਡਿਗਰੀ ਦੇ ਨੇਮ ਸੇਕ 'ਤੇ ਪੈ ਰਹੇ ਹੋ ਕਿ ਹਾਂ ਮੇਰੇ ਨਾਮ ਅੱਗੇ ਡਾਕਟਰ ਲੱਗ ਜਾਊਗਾ ਜਾਂ ਇੰਜੀਨੀਅਰ ਲੱਗ ਜਾਊਗਾ ਜਾਂ ਮੈਂ ਆ ਬਣ ਜਾਊਗਾ ਉਹ ਬਣ ਜਾਊਗਾ ਉਹਦੇ ਨਾਲ ਠੀਕ ਹੈ ਹੋ ਵੀ ਜਾਊਗਾ ਇੱਕ ਟਾਈਮ 'ਤੇ ਬਾਅਦ 'ਚ ਤੁਹਾਨੂੰ ਫਿਰ ਉਹ ਚੈਲੰਜਸ ਆਉਂਦੇ ਹੀ ਰਹਿਣਗੇ ਤੁਹਾਡੀ ਲਾਈਫ ਦੇ ਵਿੱਚ ਕਿ ਤੁਹਾਨੂੰ ਅੱਗੇ ਕੰਮ ਜੋ ਮਿਲੂਗਾ ਵੀ ਜਾਂ ਤੁਸੀਂ ਕਰੋਗੇ ਵੀ ਤਾਂ ਹਮੇਸ਼ਾ ਤੁਸੀਂ ਥੋੜ੍ਹੇ ਐਵਰੇਜ ਹੀ ਰਹੋਗੇ ਪਰ ਜਦੋਂ ਤੁਸੀਂ ਪਹਿਲੇ ਦਿਨ ਇਹ ਸੋਚ ਲਿਆ ਕਿ ਮੈਂ ਇਹ ਚੀਜ਼ 'ਚ ਪਿਆ ਤਾਂ ਮੈਂ ਇੱਥੋਂ ਸਿੱਖਣਾ ਹੈ ਪੂਰਾ I have to take that skill. I just don't have to earn a degree, I have to earn a skill. ਤਾਂ ਜਦੋਂ ਤੁਸੀਂ ਉਹ ਕਰ ਲਓਗੇ ਤਾਂ ਚੈਲੰਜਸ ਵੈਸੇ ਹੀ ਘੱਟ ਹੋਣਗੇ ਨਾਓ ਕਮਿੰਗ ਔਨ ਟੂ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਜੇ ਇਸ ਮਾਈਂਡਸੈਟ ਨਾਲ ਜਾ ਰਹੇ ਹੋ ਤੁਹਾਨੂੰ ਇੱਕ ਦੀ ਚੈਲੰਜਸ ਮਿਲਣਗੇ ਨਹੀਂ ਤੁਹਾਨੂੰ ਮਿਲਣਗੇ ਡੈਫੀਨੇਟਲੀ ਥੋੜ੍ਹੀਆਂ ਜੋਬ ਓਪਰਚੁਨਿਟੀਜ਼ ਹੋਣੀਆਂ ਨੇਗੀਆਂ ਹੈ ਨਾ ਅਤੇ ਬਾਕੀ ਜੇ ਤੁਹਾਨੂੰ ਮਿਲ ਵੀ ਰਹੀਆਂ ਦੈਨ ਤੁਹਾਨੂੰ ਵਰਕਿੰਗ ਪਲੇਸ 'ਤੇ ਜਾ ਕੇ ਦੇਖੂਗਾ ਕਿ ਲੋਕ ਬੜੇ ਅਜੀਬ ਹੈ ਜਾਂ ਬਹੁਤ ਟੌਕਸਿਸਿਟੀ ਦੇਣ ਦੀ ਕੋਸ਼ਿਸ਼ ਕਰਦੇ ਹੈਗੇ ਆ ਬਿਕਾਜ਼ ਦੇ ਆਰ ਵੈਰੀ ਫਿਊ ਪੀਪਲ ਜਿਨ੍ਹਾਂ ਦਾ ਹੀ ਸਿਰਫ ਬਲੈਕ ਐਂਡ ਵਾਈਟ ਹੁੰਦਾ ਪੀਪਲ ਆਲਵੇਜ਼ ਵਰਕ ਇਨ ਗ੍ਰੇ ਦੇ ਮੈਨੀਪੂਲੇਟ ਥਿੰਗਸ ਜਿਸ 'ਚ ਇੰਨੀ ਕੋਈ ਸਕਿੱਲ ਨਹੀਂ ਪਰ ਉਹ ਤਾਂ ਵੀ ਅੱਗੇ ਵਧਣਾ ਚਾਹੁੰਦਾ ਉਹ ਮੈਨੀਪੂਲੇਸ਼ਨ ਕਰਕੇ ਵਧੇਗਾ ਵੀ ਉਹ ਆਮ ਸੌਰੀ ਮੈਂ ਤੁਹਾਨੂੰ ਇੱਥੇ ਥੋੜ੍ਹਾ ਇੰਟਰਫੇਅਰ ਕਰ ਰਿਹਾ ਬਟ ਕਿਉਂਕਿ ਤੁਸੀਂ ਮੈਨੀਪੂਲੇਸ਼ਨ ਦੀ ਗੱਲ ਕੀਤੀ ਐਂਡ ਤੁਸੀਂ ਉਸ ਤੋਂ ਥੋੜ੍ਹੀ ਦੇਰ ਪਹਿਲਾਂ ਨੀਟ ਐਗਜ਼ਾਮ ਦੀ ਵੀ ਗੱਲ ਕੀਤੀ ਐਂਡ ਹੁਣੇ ਰੀਸੈਂਟਲੀ ਪੂਰੇ ਇੰਡੀਆ ਦੇ ਵਿੱਚ ਹੀ ਨੀਟ ਐਗਜ਼ਾਮ ਨੂੰ ਲੈ ਕੇ ਬਹੁਤ ਵੱਡਾ ਇਸ਼ੂ ਚੱਲ ਵੀ ਰਿਹਾ ਹੈ ਨਾ ਜੀ ਤਾਂ ਅਗੇਨ ਇਹ ਇੱਕ ਬਹੁਤ ਵੱਡਾ ਚੈਲੰਜ ਹੈ ਜੋ ਡਾਕਟਰ ਬਣਨ ਵਾਲੇ ਸਟੂਡੈਂਟਸ ਦੇ ਲਈ ਸਾਹਮਣੇ ਆ ਚੁੱਕਿਆ ਹੈ ਨਾ ਜੀ ਤਾਂ ਤੁਸੀਂ ਆਪਣੀ ਗੱਲ ਨੂੰ ਅੱਗੇ ਜ਼ਰੂਰ ਲੈ ਕੇ ਜਾਓ ਜੋ ਤੁਸੀਂ ਗੱਲ ਕਰ ਰਹੇ ਸੀ ਬਟ ਆਊਟ ਆਫ ਦੋਜ਼ ਚੈਲੰਜਸ ਐਗਜ਼ਾਮ ਦੇ ਵਿੱਚ ਮੈਨੀਪੂਲੇਸ਼ਨ ਹੋਣਾ ਜਾਂ ਕਿਸੇ ਵੀ ਹੋਰ ਤਰ੍ਹਾਂ ਦੀ ਮੈਨੀਪੂਲੇਸ਼ਨ ਹੋਣਾ ਉਹ ਇੱਕ ਬਹੁਤ ਵੱਡਾ ਚੈਲੰਜ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਉਹਦੇ ਨਾਲ ਨਾਲ ਸਟੱਡੀਜ਼ ਦੇ ਵਿੱਚ ਆਪਾਂ ਇਹ ਤਾਂ ਇੱਕ ਐਗਜ਼ਾਮ ਦੀ ਹੈ ਇੱਕ ਤਰ੍ਹਾਂ ਦੀ ਮੈਨੀਪੂਲੇਸ਼ਨ ਦੀ ਗੱਲ ਕਰ ਵਾਟ ਐਲਸ ਦੇਖੋ ਐਵੇਂ ਹੀ ਹੈਗਾ ਕਿ ਜੇ ਤਾਂ ਤੁਸੀਂ ਕੰਮ ਬਿਲਕੁਲ ਸਹੀ ਕਰੋਗੇ ਤੁਹਾਨੂੰ ਉਹਨੇ ਚੈਲੰਜਸ ਕਦੀ ਮਿਲਣਗੇ ਨਹੀਂ ਜੇ ਤੁਸੀਂ ਆਪਣੇ ਆਪ ਲਈ ਆਪ ਹੀ ਡਿਫਿਕਲਟ ਚੀਜ਼ਾਂ ਕਰੋਗੇ ਕਿਉਂਕਿ ਤੁਸੀਂ ਆਪਣਾ ਉਹਨਾਂ ਕੰਮ ਨਹੀਂ ਦੇ ਰਹੇ ਆਪਣੀ ਸਕਿੱਲ ਉਨੀ ਨਹੀਂ ਦੇ ਰਹੇ ਤਾਂ ਤੁਹਾਡੇ ਕੋਲ ਚੈਲੰਜਸ ਆਉਣਗੇ ਬਾਕੀ ਜਿਵੇਂ ਜੋਬ ਓਪਰਚੁਨਿਟੀ ਦੇ ਚੈਲੰਜਸ ਹੈਗੇ ਆ ਨੋ ਡਾਊਟ ਦੇ ਆਰ ਦੇਅਰ ਫॉर श्योर ਅਤੇ ਬਟ ਮੈਂ ਆਪਣੇ ਐਕਸਪੀਰੀਅੰਸ ਤੋਂ ਬੋਲ ਰਹੀ ਹਾਂ ਮੈਨੂੰ ਕਦੀ ਚੈਲੰਜ ਫੇਸ ਨਹੀਂ ਕਰਨਾ ਪਿਆ ਬਿਕਾਜ਼ ਆਈ ਵਾਜ਼ ਆਲਵੇਜ਼ ਵੈਰੀ ਗੁੱਡ ਐਟ ਮਾਈ ਵਰਕ ਮੇਰੇ ਵੀ ਬੈਚਮੇਟਸ ਦੇ ਵਿੱਚੋਂ ਬਹੁਤ ਜਣੇ ਹੁੰਦੇ ਸੀਗੇ ਆਈ ਹੈਵ ਸੀਨ ਵਨ ਅਨਦਰ ਥਿੰਗ ਕੁਆਇਟ ਆਫਨ ਦੈਟ ਇਜ਼ ਤੁਸੀਂ ਇੱਕ ਬੰਦੇ ਨੂੰ ਵੇਖ ਸਪੋਜ਼ਲੀ ਦੇਰ ਇਜ਼ ਗਰੁੱਪ ਆਫ 10 ਪੀਪਲ ਉਹਨਾਂ 'ਚੋਂ 8 ਜਣੇ ਕਹਿ ਰਹੇ ਹੈ ਕਿ ਨਹੀਂ ਇੱਥੇ ਕੁਛ ਨਹੀਂ ਬਣਨਾ ਵੀ ਹੈਵ ਟੂ ਗੋ ਆਊਟਸਾਈਡ ਕਿਉਂਕਿ ਇੱਥੇ ਹੈ ਹੀ ਨਹੀਂਗਾ ਕੁਛ ਉਹ ਇਹ ਚੀਜ਼ ਕਿਹਨੂੰ ਦੇਖ ਕੇ ਬੋਲ ਰਹੇ ਹੈ ਉਹਨਾਂ ਨੂੰ ਜਿਨ੍ਹਾਂ ਨੇ ਫੇਲੀਅਰਸ ਫੇਸ ਕੀਤਾ ਉਹਨਾਂ 'ਚੋਂ 2 ਜਣੇ ਹੈ ਐਂਡ ਆਈ ਐਮ ਵਨ ਆਫ ਦੈਮ ਆਈ ਐਮ ਲੁਕਿੰਗ ਐਟ ਪੀਪਲ ਹੂ ਆਰ ਸਕਸੈਸਫੁਲ ਐਟ ਡੂਇੰਗ ਵਰਕ ਸੋ ਦੇ ਮੇਡ ਅ ਡਿਸੀਜਨ ਫॉर themselves looking at the failure of people
I made a decision for myself looking at the success of the people coming from the same fraternity. ਮੈਨੂੰ ਕਦੇ ਵੀ ਆਪਣੇ ਲਾਈਫ ਦੇ ਵਿੱਚ ਕੋਈ ਵੀ ਮੈਂ ਡਿਸੀਜਨ ਕੀਤਾ ਕਦੇ ਵੀ ਕਿਸੇ ਚੀਜ਼ ਦਾ ਕੋਈ ਰਿਗਰੈਟ ਨਹੀਂ ਰਹੇਗਾ ਬਿਕਾਜ਼ ਮੇਰੇ ਡਿਸੀਜਨਸ ਹਮੇਸ਼ਾ ਬੜੇ ਵੈਲ ਥਾਟ ਸੀਗੇ ਬਟ ਮੇਰੇ ਡਿਸੀਜਨਸ ਹਮੇਸ਼ਾ ਮੇਰੇ ਆਪ ਤੋਂ ਇਨਫਲੂਐਂਸ ਹੁੰਦੇ ਸੀਗੇ ਜਾਂ ਮੇਰੇ ਫੈਮਿਲੀ ਤੋਂ ਇਨਫਲੂਐਂਸ ਹੁੰਦੇ ਸੀਗੇ ਉਹਨਾਂ ਦਾ ਵਰਕ ਐਕਸਪੀਰੀਅੰਸ ਦੇਖ ਕੇ ਹੁਣ ਉਹਨਾਂ ਦੇ ਦੂਜੇ ਲੋਕਾਂ ਨੂੰ ਵੇਖ ਕੇ ਹੋ ਗਏ ਅਤੇ ਉਹ ਬਾਹਰ ਜਾ ਰਹੇ ਹੈ ਅਤੇ ਉਹ ਬਹੁਤ ਚੈਲੰਜਸ ਫੇਸ ਕਰ ਰਹੇ ਹੈ ਹਜੇ ਵੀ ਉਹਨਾਂ 'ਚੋਂ ਕੁਛ ਚੰਗੇ ਵੀ ਹੈ ਬਟ ਅਗੇਨ ਆਮ ਨੋਟ ਟਰਾਈਂਗ ਟੂ ਡੀਗ੍ਰੇਡ ਐਨੀਬਡੀ ਬਟ ਲਾਈਕ ਆਈ ਸੈਡ ਕਿ ਮੈਂ 2018 ਦੀ ਪਾਸ ਆਊਟ ਹੈਗੀ ਹੈ ਤਾਂ ਕਾਫੀ ਜਣੇ ਉਦੋਂ ਹੀ ਮੂਵ ਕਰ ਗਏ ਸੀਗੇ ਅਤੇ ਹੁਣ 2024 ਚੱਲ ਰਿਹਾ ਐਂਡ ਆਈ ਐਮ ਸਟਿਲ ਸੀਇੰਗ ਦੈਮ ਦੇ ਆਰ ਜਸਟ ਟਰਾਈਂਗ ਟੂ ਮੇਕ ਥਿੰਗਸ ਵਰਕ ਆਊਟ even I am trying to but I'm very happy and the kind of position that I have ਤੇ ਜੇ ਮੈਂ ਵੀ ਕਦੀ ਡਿਸੀਜਨ ਬਣਾਇਆ ਹੁੰਦਾ ਹੈ ਕਿ ਮੈਂ ਬਾਹਰ ਜਾਣਾ ਹੈ ਤਾਂ ਆਈ ਵੁੱਡ ਹੈਵ ਡੈਫੀਨੇਟਲੀ ਵਰਕਡ ਰੀਲੀ ਹਾਰਡ ਟੂ ਗੈਟ ਦੇਅਰ ਬਟ ਦੈਨ ਆਈ ਨਿਊ ਕਿ ਜੇ ਮੈਂ ਜਾਊਂਗੀ ਤਾਂ ਮੈਂ ਉੱਥੇ DDS ਹੀ ਕਰਨੀ ਹੈ ਮੈਂ ਕੋਈ ਹਾਈਜੀਨਿਸਟ ਜਾਂ ਕੋਈ ਹੋਰ ਕੰਮ 'ਚ ਨਹੀਂ ਪੈਣਾ ਹੈਗਾ ਪਰ ਮੈਨੂੰ ਇਹ ਵੀ ਪਤਾ ਸੀਗਾ ਕਿ ਮੈਂ DDS ਕਰਨੀ ਹੈ ਤਾਂ ਇਟਸ ਅ ਲੌਂਗ ਜਰਨੀ ਟੂ ਵਾਈ ਟੂ ਗੋ ਆਊਟ ਐਂਡ ਸਰਵ ਦੈਮ stay here in your own country and serve your own people. So ਇਹ ਵੀ ਇੱਕ ਤਰ੍ਹਾਂ ਦਾ ਚੈਲੰਜ ਹੀ ਹੁੰਦਾ ਟੂ ਮੇਕ ਅ ਡਿਸੀਜਨ ਮੈਨੂੰ ਬਹੁਤ ਵਾਰੀ ਮੇਰੇ ਪੇਰੈਂਟਸ ਖੁਦ ਕਹਿੰਦੇ ਸੀਗੇ ਕਿਉਂਕਿ ਮੇਰੇ ਮਾਈ ਫਾਦਰ ਹੀ ਡੂ ਹੈਵ ਲੋਟ ਆਫ ਫਰੈਂਡਸ ਹੂ ਕਮ ਫਰੋਮ ਦਿਸ ਮੈਡੀਕਲ ਫਰਟਰਨਿਟੀ ਐਂਡ ਦੇ ਯੂਜ਼ ਟੂ ਬੀ ਲਾਈਕ ਯੂ ਵਾਈ ਡੋਂਟ ਯੂ ਸੈਂਡ ਯੂਰ ਡਾਟਰ ਆਊਟਸਾਈਡ ਅਤੇ ਮੈਨੂੰ ਪਾਪਾ ਨੇ ਕਈ ਵਾਰੀ ਕਹਿਣਾ ਵੀ ਤੂੰ ਬਾਹਰ ਚਲੇ ਜਾ ਮੈਂ ਕਿਹਾ ਪਾਪਾ ਆਈ ਮੇਕ ਇਟ ਹੀਅਰ ਐਂਡ ਯੂ ਸ਼ੁੱਡ ਟਰਸਟ ਔਨ ਮੀ ਐਂਡ ਯੂ ਆਲਵੇਜ਼ ਟਰਸਟਡ ਔਨ ਮੀ ਉਹ ਤਾਂ ਇੱਕ ਵਾਰੀ ਉਹਦੀ ਸਟੇਟਮੈਂਟ ਦੇ ਦਿੱਤੇ ਸੀਗੇ ਕਿ ਨੈਵਰ question me beyond that. I said I will make it here. I'll do it here. And yeah, I did it and I'm doing it. ਸੋ ਮਤਲਬ ਕਹਿਣ ਦਾ ਮਤਲਬ ਕਿ ਚੈਲੰਜਸ ਤਾਂ ਭਾਵੇਂ ਆਪਾਂ ਇੰਡੀਆ 'ਚ ਹੈ ਭਾਵੇਂ ਬਾਹਰ ਹੈ ਚੈਲੰਜਸ ਤਾਂ ਫੇਸ ਚੈਲੰਜਸ ਆਉਣਗੇ ਤੈਨੂੰ ਹਰ ਕਿਤੇ ਆਉਣਗੇ ਬੀਟ ਐਨੀ ਪ੍ਰੋਫੈਸ਼ਨ ਬੀਟ ਪਰਸਨਲ ਪ੍ਰੋਫੈਸ਼ਨਲ ਲਾਈਫ ਹਰ ਕਿਤੇ ਆਉਣਗੇ ਹਾਊ ਟੂ ਟੈਕਲ ਇਟ ਉਹ ਤੁਹਾਡੀ ਉਹਦੇ 'ਤੇ ਹੀ ਆਏਗਾ ਜਿਵੇਂ ਤੁਸੀਂ ਜੇ ਪ੍ਰੋਫੈਸ਼ਨਲ 'ਚ ਗਿਣ ਰਹੇ ਹੋ ਮੇਰੀ ਫਰਟਰਨਿਟੀ ਦੇ ਵਿੱਚ ਤਾਂ ਉਹ ਵੀ ਇੱਕ ਚੈਲੰਜ ਸੀਗਾ ਕਿ ਤੁਹਾਨੂੰ ਤੁਸੀਂ ਦੂਜਿਆਂ ਨੂੰ ਵੇਖ ਕੇ ਸੋਚ ਰਹੇ ਹੋ ਕਿ ਮੇਰਾ ਇੱਥੇ ਕੁਛ ਨਹੀਂ ਬਣਨਾ ਇੱਕ ਚੈਲੰਜ ਹੀ ਹੁੰਦਾ ਤੁਸੀਂ ਉਹ ਚੈਲੰਜ ਨੂੰ ਕਿਵੇਂ ਟੈਕਲ ਕਰ ਰਹੇ ਹੋ ਤੁਸੀਂ ਆਪਣੇ ਆਪ ਨੂੰ ਜਦੋਂ ਅੰਡਰ ਐਸਟੀਮੇਟ ਕਰਦੇ ਦੈਟ ਆਈ ਕਾਂਟ ਮੇਕ ਇਟ ਹੇਅਰ ਦੈਨ ਯੂ ਫੇਲ ਟੂ ਇਟ ਬਟ ਤੁਹਾਡਾ ਡਿਸੀਜਨ ਸੀ ਕਿ ਇਹਨਾਂ ਚੈਲੰਜਸ ਨੂੰ ਮੈਂ ਇੱਥੇ ਰਹਿ ਕੇ ਫੇਸ ਕਰੂੰ ਹਾਂਜੀ ਮੇਰਾ ਬਸ ਇਹ ਕਿ ਮੈਂ ਆਪਣਾ ਮਾਈਂਡ ਨੂੰ ਸਕਸੈਸਫੁਲ ਮੈਨੂੰ ਵੀ ਫੇਲੀਅਰ ਦਿਖਦੇ ਸੀਗੇ ਪਰ ਮੈਂ ਉਹਨਾਂ ਵੱਲ ਕਿਉਂ ਜਾਂਦੀ ਅਤੇ ਜੇ ਉਹ ਸਕਸੈਸਫੁਲ ਹੋ ਸਕਦਾ ਹੈ ਮੇਰੀ ਡਿਗਰੀ ਨਾਲ ਤਾਂ ਮੈਂ ਵੀ ਹੋ ਸਕਦੀ ਹੈ ਅਤੇ ਮੈਂ ਹੋਊਂਗੀ ਭਾਵੇਂ ਮੈਨੂੰ ਫੇਲੀਅਰ ਵੀ ਦਿਖ ਰਿਹਾ ਬਟ ਮੈਂ ਆਪਣਾ ਮਾਈਂਡ ਸੈਟ ਉੱਥੇ ਰੱਖਣਾ ਇਹ ਵੀ ਇੱਕ ਤਰ੍ਹਾਂ ਦਾ ਚੈਲੰਜ ਹੀ ਹੈਗਾ ਮੇਰੀ ਲਾਈਫ ਦੇ ਵਿੱਚ ਤਾਂ ਉਹ ਚੈਲੰਜ ਨੂੰ ਮੈਂ ਕਿਵੇਂ ਟੈਕਲ ਕੀਤਾ ਕਿ ਡੋਂਟ ਫੋਕਸ ਦੇਅਰ ਫੋਕਸ ਹੀਅਰ ਮੈਨੂੰ ਹੁਣ ਵੀ ਪ੍ਰੋਫੈਸ਼ਨ ਸਰ ਬਹੁਤ ਚੀਜ਼ਾਂ ਬੋਲੀਆਂ ਜਾਂਦੀਆਂ ਨੇ ਕਿ ਯੂ ਸ਼ੁੱਡ ਬੀ ਯੂ ਆਰ ਨਾਟ ਜਸਟ ਅ ਡਾਕਟਰ ਨਾਓ ਯੂ ਨੋ ਯੂ ਆਰ ਇਨ ਟੂ ਕਾਰਪੋਰੇਟ ਫੀਲਡ ਵਰਕ ਦਿਸ ਵੇ ਵਰਕ ਦੈਟ ਵੇ ਨੋ ਬਟ ਆਈ ਹੈਵ ਮਾਈ ਵਿਜ਼ਨ ਵੈਰੀ ਕਲੀਅਰ ਡਾਕਟਰ ਫੀਲਡ ਦੇ ਵਿੱਚ ਵੀ ਆ ਕਾਰਪੋਰੇਟ ਲਾਈਫ ਬਹੁਤ ਆ ਗਈ ਹੈ ਮਨੀ ਮੇਕਿੰਗ ਥਿੰਗ ਇਟ ਇਜ਼ ਦੇਅਰ ਇਟ ਡਜ਼ ਐਗਜ਼ਿਸਟ but I will never budge. As a doctor, I have to be very faithful and I'll have to be very good with my own patient. Maybe I won't get that much of money this time, but eventually it's okay, it will come. ਬਟ ਤੁਹਾਡੀ ਜਿਹੜੀ ਸਪਿਰਿਚੁਅਲ ਜਰਨੀ ਹੈ ਮੇਰੇ ਖਿਆਲ 'ਚ ਉਹ ਚੀਜ਼ ਤੁਹਾਡੀ ਆਲਰੇਡੀ ਰਿਫਲੈਕਟ ਕਰ ਰਹੀ ਹੈ ਤੁਹਾਡੀਆਂ ਗੱਲਾਂ ਦੇ ਵਿੱਚ ਐਂਡ ਉਹ ਜੌਬ ਦੇ ਵਿੱਚ ਵੀ ਕਾਰਪੋਰੇਟ ਮਾਈਂਡਸੈਟ ਆਲ ਨਹੀਂ ਦੇ ਰਹੀ ਹੈ ਤੁਹਾਡੀ Yeah, it really helps me. ਭਾਵੇਂ ਮੈਨੂੰ ਹੁਣ ਕਹਿ ਦੇਣ ਮੈਂ ਕਈ ਵਾਰੀ ਘਰੇ ਵੀ ਡਿਸਕਸ ਕਰਦੀ ਹਾਂ ਦੈਟ ਦੀਸ ਥਿੰਗਸ ਆਰ ਡਿਸਟਰਬਿੰਗ ਮੀ ਐਂਡ ਦੈਨ ਦੇ ਟਰਾਈ ਟੂ ਹੈਲਪ ਮੀ ਆਊਟ ਦਿਸ ਇਜ਼ ਹਾਊ ਯੂ ਹੈਵ ਟੂ ਵਰਕ ਹੈ ਨਾ ਬਟ ਦੇ ਡੋਂਟ ਟੈਲ ਮੀ ਕਿ ਦੈਟ ਯੂ ਹੈਵ ਟੂ ਦੇਖੋ ਰਿਲੀਜਨ ਇੱਕੋ ਹੀ ਹੁੰਦਾ ਦੈਟ ਇਜ਼ ਹਿਊਮੈਨਿਟੀ ਜੇ ਤੁਸੀਂ ਉਹ ਪ੍ਰੈਕਟਿਸ ਕਰ ਰਹੇ ਹੋ you have everything because at the end it's not about money, it's about peace of mind. If you have that, you have everything. And if you have a lot of money and you don't have peace, you are a failure again. ਦੈਟਸ ਰਾਈਟ ਐਂਡ ਮੈਂ ਹਜੇ ਜੌਬ ਦੇ ਵਿੱਚ ਕੀ ਚੈਲੰਜਸ ਫੇਸ ਕਰਦੇ ਪੈਂਦੇ ਉਹ ਗੱਲਬਾਤ ਤਾਂ ਹਜੇ ਆਪਾਂ ਕਰਨੀ ਸੀ ਬਟ ਤੁਸੀਂ ਬਹੁਤ ਕਾਫੀ ਹੱਦ ਤੱਕ ਬਹੁਤ ਮੇਜਰ ਚੀਜ਼ਾਂ ਇਹ ਵੀ ਸਰ ਕਾਫੀ ਇਹ ਵੀ ਚੈਲੰਜਸ ਹੀ ਹੁੰਦੇ ਆ ਇੱਕ ਤਰ੍ਹਾਂ ਦੇ like I said that I speak for myself, these are the kind of challenges that I faced. ਮੈਂ ਕਦੀ ਇਹੋ ਜਿਹਾ ਚੈਲੰਜ ਨਹੀਂ ਫੇਸ ਕੀਤਾ ਕਿ ਮੈਨੂੰ ਜੌਬ ਨਹੀਂ ਮਿਲ ਰਹੀ ਜਾਂ ਮੈਨੂੰ ਵੈਲ ਪੇਡ ਜੌਬ ਨਹੀਂ ਮਿਲ ਰਹੀ ਪਰ ਜੌਬ ਦੇ ਵਿੱਚ ਆ ਕੇ ਮੈਂ ਜਿਵੇਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਬਿਕਾਜ਼ ਐਜ਼ ਆਫ ਨਾਓ ਇਟ ਹੈਜ਼ ਆਲਵੇਜ਼ ਬੀਨ ਦੈਟ ਆਈ ਵਾਜ਼ ਵਰਕਿੰਗ ਅੰਡਰ ਸਮਬਡੀ ਬਟ ਟਰਾਈਂਗ ਟੂ ਗਿਵ ਮਾਈ ਬੈਸਟ ਤਾਂ ਮੇਰਾ ਚੈਲੰਜ ਇਹੀ ਸੀਗਾ ਕਿ if I'm working under somebody, they are trying to impose their opinions on me. So that is a challenge for myself. But I'm trying to tackle it because ਬਟ ਜੇ ਦੇਖਿਆ ਹੋਵੇ ਤਾਂ ਹਰ ਜੌਬ ਦੇ ਵਿੱਚ ਇੱਕ ਚੈਲੰਜ ਹੈ ਜਿਹੜਾ ਵੀ ਆਪਣਾ ਸੀਨੀਅਰ ਹੈ ਆਪਾਂ ਉਹਦੇ ਹਿਸਾਬ ਨਾਲ ਹੀ ਕੰਮ ਕਰਨਾ ਬਟ ਯੈਸ ਇਟ ਇਜ਼ ਅ ਚੈਲੰਜ ਇਨੀਸ਼ੀਅਲੀ ਕਿਉਂਕਿ ਉਦੋਂ ਹਜੇ ਆਪਾਂ ਨੂੰ ਆਦਤ ਨਹੀਂ ਹੁੰਦੀ
ਬਟ ਯੈਸ ਆਈ ਐਮ ਰੀਲੀ ਸ਼ੋਰ ਕਿ ਤੁਸੀਂ ਉਹ ਸਾਰਾ ਕੁਝ ਸਿੱਖ ਰਹੇ ਹੋ ਐਂਡ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਹਿਸਾਬ ਨਾਲ ਬਹੁਤ ਵਧੀਆ ਤਰ੍ਹਾਂ ਲੋਕਾਂ ਨੂੰ ਸਰਵ ਕਰੋਗੇ। ਬਟ ਹੁਣ ਆਪਾਂ ਤੁਹਾਡੀ ਕੋਰ ਫੀਲਡ 'ਤੇ ਆਉਂਦੇ, ਜਿਹੜੀ ਓਰਲ ਐਂਡ ਮੈਗਜ਼ੀਲੋਫੇਸ਼ੀਅਲ ਸਰਜਰੀ ਹੈਗੀ ਹੈ। ਇਹਨਾਂ ਦੋਨਾਂ ਨੂੰ ਪਹਿਲਾਂ ਤਾਂ ਥੋੜ੍ਹਾ ਡਿਫਰੈਂਸ਼ੀਏਟ ਕਰੋ, ਦੋਵਾਂ ਬਾਰੇ ਥੋੜ੍ਹਾ ਜਿਹਾ ਦੱਸੋ ਐਂਡ ਫਿਰ ਆਪਾਂ ਤੁਹਾਡੇ ਐਕਸਪੀਰੀਅੰਸ ਦੀ ਇਹਦੇ ਬਾਰੇ ਗੱਲਬਾਤ ਕਰਦੇ। Okay, so when it comes to oral and maxillofacial surgery, dividing the term, oral surgery is only related to your oral cavity. But when it comes maxillofacial, it is your entire head and neck region. अपनियाँ facial कुछ bones ਹੁੰਦੀਆਂ ਨੇ, है ना? Maxilla is one of them, and then there's mandible and facial. So my specialty, it only deals with head and neck region, be it anything, surgically and non-surgically. Starting from oral cavity, koi bhi, if you have a cyst, any sort of cyst in your oral cavity or anywhere in head and neck region, या कोई tumor है, ये सब तो basic procedure ਜਿਹੜੇ ਕਿ ਆਪਣੇ wisdom tooth ਹੁੰਦੇ ਆ ਤੇ ਅਤਲ ਝਾੜ ਜਿਹਨੂੰ ਆਪਾਂ ਕਹਿੰਦੇ ਆ, ਹੈ ਨਾ, ਤਾਂ ਉਹ ਕਈ ਵਾਰੀ ਪ੍ਰੋਬਲਮੈਟਿਕ ਹੁੰਦਾ ਹੀ ਹੈ, ਮੋਸਟਲੀ ਹੁੰਦਾ ਹੈ, ਤੇ ਉਹਨੂੰ ਕੱਢਣਾ ਸਰਜੀਕਲੀ, ਦੈਟ ਇਜ਼ ਦੀ ਮੋਸਟ ਬੇਸਿਕ ਪ੍ਰੋਸੀਜਰ ਆਫ ਓਰਲ ਐਂਡ ਮੈਕਸੀਲੋਫੇਸ਼ੀਅਲ ਸਰਜਰੀ। Advancing further, it also deals with trauma. ਜੇ ਕੋਈ ਐਕਸੀਡੈਂਟ ਕੇਸਿਸ ਹੈਗੇ ਹੈ ਤਾਂ ਕੋਈ ਵੀ ਆਪਣਾ ਜੌ ਫ੍ਰੈਕਚਰ ਹੋ ਗਿਆ ਜਾਂ ਕੋਈ ਵੀ ਫੇਸ਼ੀਅਲ ਬੋਨ ਫ੍ਰੈਕਚਰ ਹੋ ਗਈ, ਉਹਨੂੰ ਦੁਬਾਰਾ ਟੂ ਬ੍ਰਿੰਗ ਬੈਕ ਟੂ ਦੀ ਨੋਰਮਲ ਪੋਜੀਸ਼ਨ, ਟੂ ਫਿਕਸੇਟ ਦੈਟ fracture. This is basically it deals with. It also deals with the cancer in head and neck region. Then there is also cleft lip, the cleft palate ਜਿਹੜੇ cases ਹੁੰਦੇ ਆ, that also comes into oral maxillofacial surgery. And then there is this another part of oral and maxillofacial surgery, that is aesthetics. Aesthetics ਜਿਹੜਾ ਹੈਗਾ ਉਹ ਵੀ ਦੋ ਤਰ੍ਹਾਂ ਦਾ ਹੋਏਗਾ, surgically ਵੀ ਜਾਏਗਾ, non-surgically ਵੀ ਜਾਏਗਾ। Non-surgically is quite on the road at this point. Botox ਹੋ ਗਿਆ, fillers ਹੋ ਗਏ, ਜਿਹਦੇ ਨਾਲ I have heard ਕਿ ਕਾਫੀ ਟੈਬੂ ਥੋੜਾ related ਹੁੰਦਾ ਹੈ, that I have not got any Botox done, I have not got any filler done. All of these procedures are very safe. If as a doctor I'm doing it on you, I know it is safe. ਤੇ ਹੋਰ ਵੀ ਕਾਫੀਆਂ ਚੀਜ਼ਾਂ ਹੁੰਦੀਆਂ, ਥ੍ਰੈਡ ਲਿਫਟ ਹੋ ਗਿਆ, ਇਹ ਨਾਨ ਸਰਜੀਕਲ ਦੇ ਵਿੱਚ ਆਉਂਦੀਆਂ। ਸਰਜੀਕਲ ਦੇ ਵਿੱਚ ਫਿਰ ਹੋਰ ਕਾਫੀ ਐਡਵਾਂਸ ਟਰੀਟਮੈਂਟਸ ਆ ਜਾਂਦੇ ਨੇ, ਜਸਟ ਟੂ ਮੇਕ ਯੋਰ ਸੈਲਫ ਲੁੱਕ ਗੁੱਡ। ਦੇਖੋ ਇਹ ਵੀ ਬੜੀ ਸਬਜੈਕਟਿਵ ਚੀਜ਼ ਹੁੰਦੀ ਹੈਗੀ ਹੈ। ਇਫ ਯੂ ਵਾਂਟ ਟੂ ਲੁੱਕ ਗੁੱਡ, ਬਿਊਟੀ ਇਜ਼ ਆਲਸੋ ਵੈਰੀ ਸਬਜੈਕਟਿਵ, ਯੂ ਜਸਟ ਕਾਂਟ ਡਿਫਾਈਨ ਇਟ ਕਿ ਨਹੀਂ ਬਿਊਟੀ ਦਾ ਪਰਟੀਕੂਲਰ ਸਟੈਂਡਰਡ ਹੈ। ਤੁਹਾਡੇ ਲਈ ਬਿਊਟੀ ਇਜ਼ ਡਿਫਰੈਂਟ, ਮੇਰੇ ਲਈ ਬਿਊਟੀ ਇਜ਼ ਡਿਫਰੈਂਟ। ਕੋਈ ਇੱਕ ਬੰਦਾ ਆਪਣੇ ਲਈ ਡਿਸਾਈਡ ਕਰ ਲਿਆ ਦੈਟ ਆਈ ਵਾਂਟ ਟੂ ਲੂਜ਼ ਵੇਟ, ਦੂਜਾ ਕਹਿ ਰਿਹਾ ਕਿ ਨਹੀਂ ਆਈ ਐਮ ਹੈਪੀ, ਆਈ ਡੋਂਟ ਵਾਂਟ ਟੂ ਡੂ ਐਨੀਥਿੰਗ ਅਬਾਊਟ ਇਟ। ਹੁਣ ਜਿਹੜੇ ਵੇਟ ਲੂਜ਼ ਕਰਨਾ ਆਫਕੋਰਸ ਉਹ ਕਿਸੇ ਨਾ ਕਿਸੇ ਨੂੰ ਜਾ ਕੇ ਪੇ ਕਰੇਗਾ, ਜਿਹੜਾ ਵੀ ਉਹਨੂੰ ਦੱਸੇਗਾ ਕਿ ਦਿਸ ਇਜ਼ ਦਾ ਡਾਈਟ ਦੈਟ ਹੀ ਸ਼ੁੱਡ ਟੇਕ ਐਂਡ ਦਿਸ ਇਜ਼ ਦਾ ਵਰਕਆਊਟ ਦੈਟ ਹੀ ਸ਼ੁੱਡ ਡੂ। ਉਵੇਂ ਕੋਈ ਬੰਦਾ ਡਿਸਾਈਡ ਕਰਦਾ ਦੈਟ ਆਈ ਵਾਂਟ ਮੇਰਾ ਏਜਿੰਗ ਥੋੜਾ ਸਲੋ ਹੋ ਜੇ, ਸੋ ਦੇ ਮੇਕ ਅ ਡਿਸੀਜਨ ਦੈਟ ਆਈ ਹੈਵ ਟੂ ਗੋ ਟੂ ਦਿਸ ਡਾਕਟਰ, and there is nothing wrong in that if you're getting any Botox or filler done on yourself. ठीक है, it's just that you have to make sure that you are going to the right doctor. ਮੈਂ ਇੱਥੇ ਤੁਹਾਡੇ ਤੋਂ ਬਹੁਤ ਕਲੀਅਰਲੀ ਗੱਲ ਪੁੱਛਣਾ ਚਾਹੁੰਦਾ ਐਂਡ ਆਈ ਐਮ ਸ਼ੋਰ ਤੁਸੀਂ ਦੱਸੋਗੇ ਬਹੁਤ ਕਲੀਅਰਲੀ, ਸਾਰੀ ਗੱਲਾਂ ਤੁਸੀਂ ਜਵਾਬ ਦੇ ਰਹੇ ਹੋ ਟਰਾਂਸਪੇਰੈਂਸੀ ਦੇ ਨਾਲ। ਹਰ ਚੀਜ਼ ਦੇ ਪੋਜ਼ੀਟਿਵ ਤੇ ਨੈਗੇਟਿਵ ਸਾਈਡਸ ਹੁੰਦੇ। ਜਿੰਨਾ ਵੀ ਟਰੀਟਮੈਂਟਸ ਦਾ ਹੁਣੇ ਤੁਸੀਂ ਜ਼ਿਕਰ ਕੀਤਾ, ਜਿੰਨਾ ਟਰਮਸ ਦਾ ਜ਼ਿਕਰ ਕੀਤਾ, ਉਹਦੇ 'ਚ ਐਸਥੈਟਿਕਸ ਵੀ ਆਉਂਦੀ ਹੈ, ਬੋਟੌਕਸ, ਫਿਲਰਸ, ਠੀਕ ਹੈ ਜੀ, ਸਭ ਕੁਝ ਤੁਸੀਂ ਮੈਂਸ਼ਨ ਕਰ ਰਹੇ ਹੋ। ਜਸਟ ਟੂ ਲੁੱਕ ਬਿਊਟੀਫੁਲ ਇਜ਼ ਵਨ ਥਿੰਗ, ਬਟ ਇਹਨਾਂ ਦੇ ਕੋਈ ਸਾਈਡ ਇਫੈਕਟਸ ਹੁੰਦੇ ਹੋਣ? Like I mentioned, as a doctor, if I'm injecting anything on your face, I know it is very safe because I'm taking the responsibility of that. ਤਾਂ ਇਹਦੇ ਕੋਈ ਸਾਈਡ ਇਫੈਕਟਸ ਨਹੀਂ ਹੁੰਦੇ, ਤੁਸੀਂ ਬਸ ਆਪਣੇ ਡਾਕਟਰ ਨੂੰ ਸੁਣਨਾ ਹੈ। So you have to make sure that you are going to the right doctor who can guide you well. Patients come to me, they bring a picture, this is what I want for myself. ਉਹ ਤਾਂ ਮੈਂ ਉਹਨਾਂ ਨੂੰ ਦੱਸਣਾ ਨਾ ਕਿ ਮੈਮ ਦਿਸ ਇਜ਼ ਹਾਊ ਯੂ ਲੁੱਕ ਲਾਈਕ, ਸਰ ਦਿਸ ਇਜ਼ ਹਾਊ ਯੂ ਲੁੱਕ ਲਾਈਕ, ਯੂ ਵਾਂਟ ਟੂ ਐਨਹਾਂਸ ਦਿਸ, ਆਈ ਵਿਲ ਡੂ ਇਟ ਬਟ ਇਨ ਦਿਸ ਵੇ, not the picture that you're showing me, because that is not right for me. Safety ਦਾ ਜੇ ਤੁਸੀਂ ਲੈ ਕੇ ਚੱਲੋਗੇ ਕਿ ਕਿੰਨੇ ਸੇਫ ਹੈਗੇ ਪ੍ਰੋਸੀਜਰ, ਐਜ਼ ਅ ਡਾਕਟਰ ਜਿਵੇਂ ਤੁਹਾਡੇ ਤੇ ਕਰ ਰਹੀ ਹੈ, ਇਟ ਇਜ਼ ਸੇਫ। ਸੋ ਓਕੇ, ਸੋ ਮੇਰੇ ਖਿਆਲ ਤੁਸੀਂ ਇੱਕੋ ਸਟੇਟਮੈਂਟ ਦੇ ਵਿੱਚ ਗੱਲ ਮੁਕਾਤੀ ਹੈ ਕਿ ਜੇ ਕਰ ਰਹੇ ਤਾਂ ਇਟ ਇਜ਼ ਸੇਫ। ਯਾ ਓਕੇ, ਜਿਹੜੇ ਹੁਣ ਇਹੋ ਜਿਹੇ ਵੀ ਪ੍ਰੋਸੀਜਰਸ ਹੁੰਦੇ ਆ ਜਿਨ੍ਹਾਂ ਨੂੰ ਮੈਂ ਮੈਂਸ਼ਨ ਕੀਤਾ ਉਹਨੇ, ਦੇ ਆਰ ਨਾਟ ਲਾਈਫ ਥ੍ਰੈਟਨਿੰਗ ਆਲਸੋ, ਦੇ ਮਾਈਟ ਵੀ ਜੇ ਬਹੁਤ ਹੀ ਖਰਾਬ ਕਰਤਾ ਕਿਸੇ ਨੇ, ਹੈ ਨਾ, ਵੈਸੇ ਦੇ ਆਰ ਨਾਟ ਵੈਰੀ ਲਾਈਫ ਥ੍ਰੈਟਨਿੰਗ। ਤੁਹਾਨੂੰ ਇੱਕ ਵਿਜ਼ਿਟ 'ਚ ਵੈਸੇ ਹੀ ਪਤਾ ਚੱਲ ਜਾਂਦਾ ਹੈਗਾ ਕਿ ਡਾਕਟਰ ਕਿਵੇਂ ਕਿੰਨਾ ਹੈ ਅਤੇ ਕਿੰਨਾ ਕਰ ਲੈਣਾ ਸਹੀਗਾ। ਦੈਟਸ ਆਫ ਕੋਰਸ ਰਾਈਟ। ਸੋ ਹੁਣ ਆਪਾਂ ਤੁਹਾਡੇ ਜੋਬ ਦੇ ਚੈਲੰਜਸ ਜਾਂ ਤੁਹਾਡੇ ਕੋਰ ਸਪੈਸ਼ਲਿਟੀਜ਼ ਜੋ ਜਿਨ੍ਹਾਂ 'ਤੇ ਤੁਸੀਂ ਕੰਮ ਕਰ ਰਹੇ ਹੋ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਹੁਣ ਤੱਕ
ਕਿਸ ਤਰ੍ਹਾਂ ਦੇ ਕੇਸਿਸ ਦੇਖ ਚੁੱਕੇ ਹੋ? ਬਿਕੋਜ਼ ਅਜੇ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਇੱਕ ਯੰਗ ਡਾਕਟਰ ਦੀ ਕੈਟੇਗਰੀ 'ਚ ਆਉਂਦੇ ਹੋ ਜਿਹਨੇ ਰੀਸੈਂਟਲੀ 100 ਸਾਲ 2 ਸਾਲ ਦੇ ਲਾਸਟ ਦੇ ਆਪਾਂ ਟੈਨਿਓਰ ਦੀ ਗੱਲ ਕਰੀਏ, ਉਹਦੇ ਵਿੱਚ ਆਪਣੀਆਂ ਸਟੱਡੀਜ਼ ਕੰਪਲੀਟ ਕਰਕੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਸਟੈਪ ਰੱਖਿਆ ਹੈ। ਤਾਂ ਇਸ ਨਵੇਂ ਫੇਜ਼ ਦੇ ਦੌਰਾਨ ਕਿਸ ਤਰ੍ਹਾਂ ਦੇ ਤੁਸੀਂ ਪੇਸ਼ੈਂਟਸ ਦੇਖ ਚੁੱਕੇ ਹੋ ਤੇ ਉਹਨਾਂ ਪੇਸ਼ੈਂਟਸ ਦੇ ਕੀ ਇਸ਼ੂਜ਼ ਸੀਗੇ ਤੇ ਕੀ ਉਹ ਫੁੱਲੀ ਰਿਜ਼ੋਲਵ ਹੋਏ, ਉਹ ਐਕਸਪੀਰੀਅੰਸ ਸ਼ੇਅਰ ਕਰੋ ਪਲੀਜ਼। ਤਾਂ ਜਿਵੇਂ ਮੈਂ ਦੱਸਿਆ that I'm a maxillofacial surgeon. I've seen lot of cases, all kind of cases that falls into maxillofacial surgery. ਮੈਂ trauma ਬਹੁਤ ਕੀਤਾ, road side accident ਦੇ cases ਬੜੇ ਕੀਤੇ ਨੇ, ਮੈਂ cyst ਤੇ tumor ਵਾਲੇ cases ਵੀ ਬਹੁਤ ਕੀਤੇ ਹਨ with the help of my senior doctors, ਤੇ ਮੈਂ aesthetics ਦੇ cases ਬਹੁਤ ਕਰ ਚੁੱਕੀ ਹੈਗੀ ਹਾਂ since I moved to ਚੰਡੀਗੜ੍ਹ। ਜਦੋਂ ਵੀ ਕੋਈ ਵੀ ਕੇਸ ਕਰਦੀ ਆ ਨਾ, be it anything, ਕੋਈ ਵੀ ਦੂਜਾ ਕਹਿ ਦੇਗਾ ਇਹ ਤਾਂ ਸੌਖੀ ਚੀਜ਼ ਹੈ ਕਰ ਦੋ, but I have my way of working. I study that case. I go through articles. I talk to my senior doctors that this is what I'm going to do and I want to give this person the best. And that's how I plan my case. And when you work that way, then you don't face much challenges in your work. So far so good. Menu satisfaction hi uttho mildi hai when my patients are very happy with me and they are like that we want to go to her. If she's here, we would get ourselves treated. So that is because I'm very particular, I'm very precise about my work. I just can't do anything on your face just like that, just to make money. That's not how I work. Challenge ਉੱਥੋਂ ਕੀ ਆਉਂਦਾ ਜਦੋਂ ਮੈਂ ਥੋੜਾ ਟਾਈਮ ਲੈਣੀ ਹੈ ਚੀਜ਼ ਲਈ ਜਾਂ ਮੈਂ ਥੋੜਾ ਜਿਹਾ ਕੋਸਟ ਆਫ ਟਰੀਟਮੈਂਟ ਨੂੰ ਕਰਨਾ ਚਾਹੁੰਦੀ ਹਾਂ, ਮੈਂ ਕਰਨ ਨੂੰ ਤਾਂ ਮੈਂ ਬਹੁਤ ਕੁਝ ਕਰ ਸਕਦੀ ਹਾਂ ਇੱਕ ਦਿਨ 'ਚ। ਇੱਕ ਬੰਦੇ ਦੇ the kind of setup that I am in, the kind of area that I am in, I do get very influential patients. But then I tell them, no, this is not right. ਇੱਕ ਵਾਰੀ ਉਹ ਕਰਵਾ ਕੇ ਚਲਾ ਵੀ ਜਾਏਗਾ, ਬਾਅਦ 'ਚ ਸੋਚੇਗਾ ਕਿ she didn't do right on me. ਕਿਆ ਤਾਂ ਮੈਨੂੰ ਨੋਟ ਵੀ ਨਹੀਂ ਸੀਗੀ। In my work, I try to be really good. ਜੇ ਕੋਈ complication ਆਉਂਦੀ ਵੀ ਹੈ, I'm very well versed to tackle that complication. So in a way, I don't take it as a challenge. I know, okay, something has come up in front of me, I will handle it. But by God's grace, ਹਜੇ ਤੱਕ ਤਾਂ ਉਹ ਕੋਈ ਆਣੇਗਾ। ਲੈਟਸ ਜਸਟ ਹੋਪ ਕਿ ਅੱਗੇ ਵੀ ਇਸੇ ਤਰ੍ਹਾਂ ਰਹੇ। ਆਪਣੀ ਇਹ ਸਾਰੀ ਗੱਲਬਾਤ ਦੇ ਦੌਰਾਨ ਆਪਣੀ ਕੋਸ਼ਿਸ਼ ਵੀ ਇਹੀ ਹੈ ਕਿ ਇੱਕ ਯੰਗ ਡਾਕਟਰ ਨੇ ਹੁਣ ਤੱਕ ਕੀ ਚੈਲੰਜਸ ਫੇਸ ਕੀਤੇ ਹੈ, ਹੁਣ ਤੱਕ ਕੀ ਅਚੀਵਮੈਂਟਸ ਲੈ ਰਹੀਆਂ, ਕੀ ਐਕਸਪੀਰੀਅੰਸ ਹੈ, ਕੀ ਐਕਸਪੋਜਰ ਹੈ, ਉਹ ਸਾਰਾ ਸ਼ੇਅਰ ਕਰੀਏ। ਇਹਦੇ ਦੌਰਾਨ ਇੱਕ ਦੋ ਗੱਲਾਂ ਹੋਰ ਹੈ ਸ਼ੋਅ ਕਲੋਜ਼ ਕਰਨ ਤੋਂ ਪਹਿਲਾਂ। ਪਹਿਲੀ ਗੱਲ, ਤੁਹਾਡੀ ਸਟੱਡੀ ਥਰੂ ਆਊਟ ਫਰੀਦਕੋਟ ਦੇ ਵਿੱਚ ਹੋਈ ਐਂਡ ਤੁਸੀਂ ਸਾਰੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਸਟੈਪ ਆਊਟ ਕੀਤਾ ਅਤੇ ਹੁਣ ਚੰਡੀਗੜ੍ਹ ਆ ਕੇ ਆਪਣਾ ਕੰਮ ਕਰ ਰਹੇ ਹੋ। ਫਰੀਦਕੋਟ ਸ਼ਹਿਰ ਅਤੇ ਚੰਡੀਗੜ੍ਹ ਸ਼ਹਿਰ, ਲਾਈਫ ਸਟਾਈਲ ਬਿਲਕੁਲ ਡਿਫਰੈਂਟ ਹੈ, ਐਕਸਪੀਰੀਅੰਸਿਸ ਬਿਲਕੁਲ ਡਿਫਰੈਂਟ ਹੈਗੇ ਹੈ ਨਾ ਜੀ। ਤਾਂ ਤੁਸੀਂ ਬਹੁਤ ਇਮੀਡੀਏਟਲੀ ਐਬਸੋਲਿਊਟਲੀ ਕਹਿਤਾ ਤਾਂ ਜ਼ਰੂਰ ਤੁਸੀਂ ਕੁਛ ਨਾ ਕੁਛ ਜ਼ਰੂਰ ਫੇਸ ਕੀਤਾ ਹੋਊਗਾ ਜਾਂ ਓਬਜ਼ਰਵ ਕੀਤਾ ਹੋਊਗਾ, ਤਾਂ ਇਹ ਡਿਫਰੈਂਸ ਆਫ ਸਿਟੀਜ਼ ਜ਼ਰੂਰ ਸ਼ੇਅਰ ਕਰੋ। So difference ਕਿਵੇਂ ਹੈ? ਚੰਡੀਗੜ੍ਹ is a beautiful city, very well planned, very neat, very clean, very good opportunities that you can get here with any field. Faridkot is an educational hub. It might be a very small city in front of Chandigarh, but ਉੱਥੋਂ ਹੀ ਡਾਕਟਰ ਬਣ ਕੇ ਨਿਕਲਦੇ ਹਨ ਅਤੇ ਇੱਥੋਂ ਦੀ ਓਪਰਚੁਨਿਟੀ ਲੈਣਾ ਹੁੰਦਾ ਹੈ। ਇਹ ਡਿਫਰੈਂਸ ਹੈਗਾ ਕਿਉਂਕਿ ਇੱਥੇ ਓਪਰਚੁਨਿਟੀ ਜ਼ਿਆਦਾ, ਉੱਥੇ ਵੀ ਹੈਗੀਆਂ, ਨੋ ਡਾਊਟ ਇਨ ਦੈਟ। ਬਟ ਮੈਂ ਜਿਹੜਾ ਫੀਲਡ ਚੂਜ਼ ਕੀਤਾ, ਮੈਨੂੰ ਇਹ ਪਤਾ ਸੀਗਾ ਕਿ ਮੈਨੂੰ ਇੱਥੇ ਪੇਸ਼ੈਂਟ ਬੇਸ ਉਹਦਾ ਥੋੜ੍ਹਾ ਜ਼ਿਆਦਾ ਮਿਲ ਜਾਏਗਾ। ਸੋ but I would never compare both of them. Every city, not every city, we are just talking about Faridkot and Chandigarh. Both of these cities have their own good things and bad things. Now, good things about Faridkot, like I said, it's an educational hub. Baba Farid University of Health Sciences is in Faridkot, to which every medical college of Punjab and dental college of Punjab is affiliated. Faridkot has a law college. Faridkot अपने पूरे पंजाब ਦੇ ਵਿੱਚ 3 गवर्नमेंट मेडिकल colleges है. One is in Patiala, the one is in Amritsar, third one is in Faridkot. I worked in GMC because when I became a JR in maxillofacial surgery, so I had my 6 months of posting in government medical college. Even when I was doing my dentistry, ਤਾਂ ਮੇਰੀਆਂ postings ਉੱਥੇ ਹੁੰਦੀਆਂ ਸੀਗੀਆਂ, ਜਨਰਲ ਮੈਡੀਸਨ ਤੇ ਜਨਰਲ ਸਰਜਰੀ ਐਂਡ ਮੈਡੀਸਨ ਡਿਪਾਰਟਮੈਂਟ ਦੇ ਵਿੱਚ। ਮੈਨੂੰ ਬਣਾਇਆ ਫਰੀਦਕੋਟ ਨੇ ਕਿਉਂਕਿ entire of my schooling was done there, my college was done there. It's not a fancy place, but it's a peaceful place. Chandigarh
has lot of opportunities. And as a undergraduate, ਜੇ ਮੈਂ ਕਦੇ ਵੀ ਚੰਡੀਗੜ੍ਹ ਵਿਜ਼ਿਟ ਕਰਦੀ ਹੁੰਦੀ ਸੀ ਪਹਿਲਾਂ, when I was not living here, this is about 6 to 7 years back, ਮੈਂ ਕੋਈ ਵੀ conference ਲਈ ਆਉਂਦੀ ਸੀ, then I used to make sure these are the places I have to go for, ਇੱਥੇ brunch ਕਰਨਾ ਹੈ, ਇੱਥੇ lunch ਕਰਨਾ ਹੈ, ਇੱਥੇ dinner ਕਰਨਾ ਹੈ. Since the day I have moved to Chandigarh, I don't get time to go out. Either I'm working and then it's like that I have to go back to my home. ਤਾਂ ਠੀਕ ਹੈ, ਦੋਵਾਂ ਸ਼ਹਿਰਾਂ ਦਾ ਆਪਦਾ ਆਪਦਾ, ਇੱਥੇ ਓਪੋਰਚੁਨਿਟੀਜ਼ ਬਹੁਤ ਹੈ, ਉੱਥੇ ਐਜੂਕੇਸ਼ਨ ਹੈਗੀ ਹੈ, ਇੱਥੇ ਵੀ ਹੈਗੀ ਹੈ, ਬਟ ਕਮਿੰਗ ਫਰੋਮ ਮੈਡੀਕਲ ਫੀਲਡ you will get best education over there. There will be people who will be like, in Faridkot is like this, like that. ਉਹ ਤਾਂ ਤੁਹਾਡੇ 'ਤੇ, ਉਹ ਤਾਂ ਤੁਸੀਂ ਚੰਡੀਗੜ੍ਹ ਦੇ ਵੀ ਕਿਸੇ ਕਾਲਜ ਨੂੰ ਕਹਿ ਦੋਗੇ, ਤੁਸੀਂ ਜਿਹੜੀ ਜਗ੍ਹਾ 'ਤੇ ਹੈਗੇ ਹੋ, ਤੁਸੀਂ ਪੜ੍ਹ ਰਹੇ ਹੋ, ਤੁਸੀਂ ਪੜ੍ਹਾਈ ਤੋਂ ਕਿੰਨਾ ਲੈਣਾ ਹੈ ਅਤੇ ਆਪਣੇ ਆਪ ਨੂੰ ਕਿੰਨਾ ਐਨਹਾਂਸ ਕਰਨਾ, ਉਹ ਵੀ ਤੁਹਾਡੇ 'ਤੇ ਹੀ ਹੁੰਦਾ ਹੈਗਾ, ਭਾਵੇਂ ਤੁਸੀਂ ਜਿੱਥੇ ਮਰਜ਼ੀ ਪੜ੍ਹ ਲਓ. ਦੈਟਸ ਰਾਈਟ. ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਤੁਹਾਨੂੰ ਹਮੇਸ਼ਾ ਹੁੰਦਾ ਵੀ ਇੱਕ ਚੀਜ਼ ਜੋ ਮੈਂ ਕਰ ਰਹੀ ਹਾਂ ਉਹਦੇ ਵਿੱਚ ਤਾਂ ਮੈਂ ਬੈਸਟ ਤੋਂ ਬੈਸਟ ਦਵਾਂ, ਉਹਦੀ ਵੱਧ ਤੋਂ ਵੱਧ ਰਿਸਰਚ ਵੀ ਕਰਾਂ, ਬਟ ਆਫ ਕੋਰਸ ਟਾਈਮ ਟੂ ਟਾਈਮ ਆਪਾਂ ਨੂੰ ਆਪਣੇ ਆਪ ਤੋਂ ਅਪਗ੍ਰੇਡ ਵੀ ਕਰਨਾ ਪੈਂਦਾ. ਬਿਲਕੁਲ. ਹੁਣ ਕਰੰਟਲੀ ਤੁਸੀਂ MDS ਕੀਤੀ ਹੋਈ ਹੈ ਆਪਣੀ ਫੀਲਡ ਦੇ ਵਿੱਚ, ਉਹਦੇ ਵਿੱਚ ਹੁਣ ਤੁਸੀਂ ਕੰਮ ਵੀ ਕਰ ਰਹੇ ਹੋ. MDS ਤੋਂ ਬਾਅਦ ਮੈਂ ਫੈਲੋਸ਼ਿਪ ਵੀ ਕੀਤੀ ਹੈ ਐਸਥੈਟਿਕਸ ਦੇ ਵਿੱਚ. ਓਕੇ ਅਮੇਜ਼ਿੰਗ. ਤਾਂ ਹੁਣ ਵਾਟ ਨੈਕਸਟ? ਆਪਣੇ ਆਪ ਨੂੰ ਅਪਗ੍ਰੇਡ ਕਰਨ ਦੇ ਲਈ ਇੱਕ ਯੰਗ ਡਾਕਟਰ ਇੰਨਾ ਕੁਛ ਪੜ੍ਹਨ ਤੋਂ ਬਾਅਦ ਜੇ ਹੁਣ ਕੰਮ ਸ਼ੁਰੂ ਕਰਤਾ, ਤੁਸੀਂ ਕੰਮ ਕਰ ਰਹੇ ਹੋ, ਬਹੁਤ ਵਧੀਆ ਕੰਮ ਕਰ ਰਹੇ ਹੋ, ਤਾਂ ਅੱਗੇ ਦਾ ਕੀ ਵਿਜ਼ਨ ਰੱਖਦਾ ਹੈ ਕਿ ਯੰਗ ਡਾਕਟਰ ਹੈ? ਸੋ ਲਾਈਕ I am a surgeon, but ਮੈਂ ਬੇਸਿਕਲੀ ਹੁਣ ਜਦੋਂ ਤੋਂ ਮੈਂ ਚੰਡੀਗੜ੍ਹ ਸ਼ਿਫਟ ਕੀਤੀ ਹੈ, I'm only doing non-surgical cases mostly. So now my vision is I've done enough of that. As a surgeon, I'm eligible and I should be doing surgical things as well. Now my next vision is that I have to do a fellowship in facial aesthetics, which will include surgical aesthetics, not non-surgical. And I have to do it from the very highest association that is there in India, that is Association of Oral and Maxillofacial Surgeons of India. As per maxillofacial surgeons, that's the highest association here. So I would want to go ahead with that, so that, you know, if I clear that exam and I pass the interview, I will get an opportunity to work with a very senior surgeon for 1 year. So that ways I want to learn more, and I will always be, I'm a very cultured and rooted person. So मैं उत्थों जो भी सीखूंगी, जिन्नियां भी अपनी skills को enhance करूँगी, I will always be doing my cases here also, back in my hometown as well, and ਉਸ ਤੋਂ ਬਾਅਦ wherever God takes me next. That's great. ਸ਼ੋਅ ਕਲੋਜ਼ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ 2 ਕੁਐਸਚਨ ਪੁੱਛੂਗਾ. ਲਾਸਟ ਕੁਐਸਚਨ, ਹਜੇ ਤੱਕ ਆਪਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ, ਤੁਸੀਂ ਬਹੁਤ ਜ਼ਿਆਦਾ ਗ੍ਰੈਟੀਟਿਊਡ ਸ਼ੋਅ ਕੀਤਾ ਟੁਵਰਡਸ ਯੋਰ ਫੈਮਿਲੀ. ਅਕਸਰ ਆਪਾਂ ਆਪਣੀ ਫੀਲਡ ਨਾਲ ਰਿਲੇਟਡ ਜਾਂ ਯੰਗਸਟਰਸ ਨੂੰ ਕੋਈ ਮੈਸੇਜ ਦੇਣ ਦੇ ਲਈ ਬਹੁਤ ਤਰ੍ਹਾਂ ਨਾਲ ਗੈਸਟਸ ਨਾਲ ਗੱਲਬਾਤ ਕਰਦੇ ਹਾਂ, ਬਟ ਬਿਕੋਜ਼ ਯੂ ਆਰ ਆਲ ਅਬਾਊਟ ਯੋਰ ਫੈਮਿਲੀ, ਤੁਹਾਡੀ ਫੈਮਿਲੀ ਨੇ ਤੁਹਾਨੂੰ ਹਮੇਸ਼ਾ ਸਪੋਰਟ ਕੀਤਾ, ਹਮੇਸ਼ਾ ਤੁਹਾਡੇ ਡਿਸੀਜਨਸ ਨੂੰ ਵੀ ਸਪੋਰਟ ਕੀਤਾ, ਅਤੇ ਅੱਜ ਜੋ ਤੁਸੀਂ ਹੈਗੇ ਹੋ, ਤੁਸੀਂ ਸਾਰਾ ਕ੍ਰੈਡਿਟ ਆਪਣੀ ਫੈਮਿਲੀ ਨੂੰ ਹਮੇਸ਼ਾ ਦਿੰਦੇ ਹੋ ਗੱਲਬਾਤ ਕਰਦੇ ਹੋਏ. ਤਾਂ ਕਿਉਂ ਨਾ ਲਾਸਟ ਮੈਸੇਜ ਸ਼ੋਅ ਕਲੋਜ਼ ਕਰਨ ਤੋਂ ਪਹਿਲਾਂ ਆਪਣੇ ਪੇਰੈਂਟਸ ਨੂੰ, ਆਪਣੀ ਫੈਮਿਲੀ ਨੂੰ ਕੁਛ ਲਾਸਟ ਮੈਸੇਜ ਦਿੱਤਾ ਜਾਏ? I would only want to thank them. ਤੇ ਮੈਂ ਜਿੰਨਾ ਕਰ ਲਾਂ ਉਨਾ ਹੀ ਘੱਟ ਹੈ, ਬਿਕੋਜ਼ ਦੇ ਹੈਵ ਸਪੋਰਟਡ ਮੀ ਇਨ ਐਵਰੀ ਵੇ. ਕਿਉਂਕਿ ਜਦੋਂ ਮੈਂ ਆਪਣੇ ਨਾਲ ਦੇ ਨੂੰ ਦੇਖਦੀ ਹੁੰਦੀ ਸੀਗੀ, ਉਹਨਾਂ ਦੀ ਫੈਮਿਲੀਜ਼ ਨੇ ਨਾ ਹਮੇਸ਼ਾ ਰਿਸਟ੍ਰਿਕਸ਼ਨਸ ਪਾਈਆਂ ਉਹਨਾਂ 'ਤੇ ਕਿ ਆਹ ਨਹੀਂ ਕਰਨਾ, ਉਹ ਨਹੀਂ ਕਰਨਾ. My father used to be always like, okay, you want to do this, go ahead. And ਉਹਨਾਂ ਦੀ ਉਹ ਪ੍ਰੋਗਰੈਸਿਵ ਨੇਚਰ ਵੈਸੇ ਵੀ ਸੀਗੀ, ਐਂਡ ਉਹ ਹੋਰ ਕਿਉਂ ਆਈ, that was because of my brother. Very wise man. These 2 men they are very wise, and I have grown up looking up to them. ਤੇ ਮੈਂ ਤਾਂ ਜਿੰਨਾ ਮਰਜ਼ੀ ਉਹਨਾਂ ਨੂੰ ਥੈਂਕ ਕਰਨਾ, it will always be not enough. So I will always thank them in a way that I would want to give them back ਜਿੰਨਾ ਮੈਂ ਦੇ ਸਕਦੀ ਹਾਂ. Those are some very beautiful words, and of course you are getting emotional thanking your parents, reliving all the memories. And I just mentioned about my brother and my father. My mother, though she was a homemaker, but I've seen how she has taken this whole life, how she has worked out things, just being a homemaker, and she has done it wonderfully. ਮੇਰੇ 'ਚ ਉਨੀ ਪੇਸ਼ੈਂਸ ਹਜੇ ਤੱਕ ਨਹੀਂ ਆਈ ਜਿੰਨੀ ਮੇਰੇ ਮਦਰ ਦੇ ਵਿੱਚ ਸੀਗੀ, ਅਤੇ ਹੈਗੀ ਹੈ ਹਜੇ ਵੀ. ਐਂਡ ਮਾਈ ਭਾਬੀ, she became part of our family 2 years back. She is 2 years young to me, but a wonderful woman. Even
I always try to be her sister and give her as much as I can as a person and as a sister-in-law. I get to learn from everything, and then there's this another one member of my family, that is my dog. We got her in 2017. मैं कोई भी इन्ना टॉक्सिसिटी या क्लटर लगे जो तो अपनी बहुत फेस तो करे जानी है. माई डॉग इज़ वन थिंग, हर नेम इज़ ग्लोरी, एंड एवरीथिंग vanishes when she comes to me. Towards the end of the show, I can just say thank you so much for sharing everything, sharing your heart out. Thank you for inviting me here, and yeah, I hope, you know, if this goes out and if it helps other people. तो डेफिनेटली My सो द hope थिंਗ ਇਜ਼ ਆਪਣੀ ਕੋਸ਼ਿਸ਼ ਜੋ ਹੁੰਦੀ ਹੈ ਉਹਦੇ 'ਚ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਉਸ ਫੀਲਡ ਨਾਲ ਰਿਲੇਟਡ ਵੱਧ ਤੋਂ ਵੱਧ ਚੀਜ਼ਾਂ ਕਵਰ ਕਰੀਏ. ਆਪਾਂ ਉਹ ਸਾਰਾ ਕੁਝ ਹੀ ਕਵਰ ਕੀਤਾ ਸਟਾਰਟਿੰਗ ਫਰੋਮ ਗ੍ਰੈਜੂਏਸ਼ਨ ਤੋਂ ਅੱਜ ਤੱਕ. ਤੁਸੀਂ ਕੀ ਕੁਝ ਐਕਸਪੀਰੀਐਂਸਿਸ ਕੀਤੇ ਹੈ BDS MDS ਨਾਲ ਰਿਲੇਟਡ, ਐਂਡ ਆਫ ਕੋਰਸ ਅੱਗੇ ਹੋਰ ਕੀ ਓਪਰਚੁਨਿਟੀਜ਼ ਅਵੇਲ ਕਰ ਸਕਦੇ ਹੋ ਇਨ ਯੋਰ ਫੈਲੋਸ਼ਿਪ, ਇਨ ਯੋਰ ਸਟੱਡੀਜ਼ ਜਾਂ ਇਨ ਯੋਰ ਜੋਬ. ਤਾਂ ਕੋਸ਼ਿਸ਼ ਇਹੀ ਹੈ ਕਿ ਆਪਾਂ ਸਭ ਨੂੰ ਮੋਟੀਵੇਟ ਕਰੀਏ, ਸਭ ਨੂੰ ਪੋਜ਼ੀਟਿਵ ਰੱਖੀਏ ਕਿ ਇੱਥੇ ਰਹਿ ਕੇ ਸਾਰਾ ਕੁਝ ਕੀਤਾ ਜਾ ਸਕਦਾ ਜੋ ਤੁਸੀਂ ਕਰ ਰਹੇ ਹੋ ਆਫ ਕੋਰਸ, ਐਂਡ ਦੂਜੇ ਜੋ ਕਰ ਰਹੇ ਹੋ ਤਾਂ ਸਿੱਖ ਵੀ ਰਹੇ. ਤਾਂ ਦੈਟਸ ਅ ਵੈਰੀ ਪੋਜ਼ੀਟਿਵ ਵੇ ਆਫ ਲਿਵਿੰਗ ਦ ਲਾਈਫ. ਆਈ ਥਿੰਕ ਇਸੇ ਮੈਸੇਜ ਦੇ ਨਾਲ ਆਪਾਂ ਸ਼ੋਅ ਕਲੋਜ਼ ਕਰਾਂਗੇ. ਥੈਂਕ ਯੂ ਸੋ ਮਚ ਫॉर ਬੀਇੰਗ ਔਨ ਦ ਮੁਬਾਰਕ ਸ਼ੋਅ, ਐਂਡ ਆਫ ਕੋਰਸ ਵਿਊਅਰਸ ਨੂੰ ਮੈਂ ਇਹੀ ਕਹਿਣਾ ਚਾਹੂੰਗਾ, ਥੈਂਕ ਯੂ ਸੋ ਮਚ. ਤੁਸੀਂ ਸਾਡੇ ਨਾਲ ਜੁੜਦੇ ਹੋ, ਸਾਰੀਆਂ ਗੱਲਾਂ ਬਾਤਾਂ ਸੁਣਦੇ ਹੋ. ਸਾਡੀ ਕੋਸ਼ਿਸ਼ ਜੋ ਹੈ ਸਭ ਤੱਕ ਇੱਕ ਚੰਗਾ ਕੰਟੈਂਟ ਪਹੁੰਚਾਉਣ ਦੀ, ਹੈਲਪਫੁਲ ਕੰਟੈਂਟ ਪਹੁੰਚਾਉਣ ਦੀ, ਉਹ ਕੋਸ਼ਿਸ਼ ਸਫਲ ਤਾਂ ਹੀ ਹੈ ਜੇ ਤੁਹਾਡੇ ਸਭ ਤੱਕ ਅਸੀਂ ਉਹ ਗੱਲ ਪਹੁੰਚਾ ਸਕੀਏ. ਜੇ ਤੁਸੀਂ ਦੱਸੋਗੇ ਹਾਂ ਕਿਸੇ ਨਾ ਕਿਸੇ ਤਰ੍ਹਾਂ ਨਾਲ ਇਹ ਗੱਲ ਹੈਲਪਫੁਲ ਰਹੀ. ਰਿਕੁਐਸਟ ਇਹੀ ਰਹੂਗੀ ਕਿ ਚੈਨਲ ਨੂੰ ਫੋਲੋ ਕਰੋ, ਸਾਡੇ ਸਭ ਨਾਲ ਜੁੜੇ ਰਹੋ, ਸਾਨੂੰ ਦੱਸੋ ਕਿ ਅਸੀਂ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਇੰਪਰੂਵ ਕਰੀਏ. ਐਂਡ ਆਫ ਕੋਰਸ ਜਿਵੇਂ ਡਾਕਟਰ ਸਿਮਰਨ ਕੌਰ ਅੱਜ ਆਪਣੇ ਨਾਲ ਜੁੜੇ, ਇਹਨਾਂ ਦੀ ID ਵੀ ਮੈਂ ਜ਼ਰੂਰ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦੂੰਗਾ, ਤਾਂ ਕਿ ਇਹਨਾਂ ਦੇ ਕੰਮ ਦੇ ਨਾਲ ਰਿਲੇਟਡ ਜੇ ਕਦੇ ਵੀ ਤੁਹਾਨੂੰ ਇਸ ਐਪੀਸੋਡ ਨੂੰ ਦੇਖਣ ਤੋਂ ਬਾਅਦ ਲੱਗੇ ਕਿ ਕੰਸਲਟੇਸ਼ਨ ਦੀ ਜ਼ਰੂਰਤ ਹੈ ਤਾਂ ਤੁਸੀਂ ਰਾਈਟ ਅਵੇ ਇਹਨਾਂ ਨੂੰ ਕੰਟੈਕਟ ਕਰ ਸਕਦੇ. ਇਸੇ ਮੈਸੇਜ ਦੇ ਨਾਲ, ਇਸੇ ਕੰਕਲੂਡਿੰਗ ਰਿਮਾਰਕ ਦੇ ਨਾਲ ਅੱਜ ਦਾ ਸ਼ੋਅ ਕਲੋਜ਼ ਕਰਦੇ ਹਾਂ. ਥੈਂਕ ਯੂ ਸੋ ਮਚ ਫॉर ਜੁਆਇਨਿੰਗ ਇਨ. ਅਗਲੇ ਐਪੀਸੋਡ ਵਿੱਚ ਅਗਲੇ ਹਫਤੇ ਫਿਰ ਮੁਲਾਕਾਤ ਹੋਊਗੀ. ਟਿਲ ਦੈਨ ਸਤਿ ਸ਼੍ਰੀ ਅਕਾਲ.